ਮੁਖਤਿਆਰ ਸਿੰਘ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦੇ ਪੁੱਤ ਨੇ, ਭਾਈ ਹੈ। ਤੇ ਕਿੰਨੇ ਦਿਨ ਤਸ਼ੱਦਦ ਹੋਇਆ? ਮਣੀ ਮਾਜਰੇ ਰਹਿ ਗਏ 8 ਦਿਨ ਅਸੀਂ ਮਣੀ ਮਾਜਰੇ ਰਹੇ ਆ। ਨਾਲ ਦਾ ਮੇਰਾ ਜਿਹੜਾ ਉਹ ਮਰ ਚੱਲਿਆ ਸੀ, ਉਹਨੂੰ ਬਹੁਤ ਜ਼ਿਆਦਾ ਤਸ਼ੱਦਦ। ਉਹਨੂੰ ਉਹਦਾ ਸਿਰ ਸੁਰ ਵੀ ਕੁੱਟਦੇ ਰਹੇ, ਉਹਨੂੰ ਸੁਰਤ ਨਹੀਂ ਸੀ ਕੋਈ। ਛੈਣੀ ਜਿਹੜਾ ਭੁੱਲਰ ਦੇ ਐਡੇ ਐਡੇ ਘੋਟ ਨੇ ਲੋਹੇ ਦੇ ਫੇਰਦਾ ਰਿਹਾ ਮੇਰੇ ਅੱਖਾਂ ਸੀਆਈ ਸ਼ਤਾਬ ਦੇ ਸਾਹਮਣੇ। ਮੇਰੇ 10 ਸੈਕਟਰ ਦੇ ਵਿੱਚ ਰੱਖਿਆ। ਇੱਥੇ ਸਾਨੂੰ ਦੂਜੇ ਦਿਨ ਛੈਣੀ ਨੇ ਕਟਾ ਕੇ ਲੰਮਾਇਆ 18 ਸਾਨੂੰ ਉਹਦੇ ਵਿੱਚ 8 ਦਿਨ ਦਿੱਤੀ ਰੱਖਿਆ। ਭਾ ਕੇ ਆਂਦਾ ਜੇ ਤੂੰ ਬੰਦੇ ਨਾ ਫੜਾਏ ਤੇਰੀਆਂ ਜਨਾਨੀਆਂ ਕੋਲੇ ਤੈਨੂੰ ਨੰਗਾ ਕਰਕੇ ਕੁੱਟਾਂ ਦੇ। ਮੈਂ ਅਜੇ ਵੀ ਨਾ ਇੰਨੇ ਭਰਾ ਸੁਣਦੇ ਨੇ ਛੈਣੀ ਮੇਰੇ ਕੋਲੇ ਲਿਆ ਦੇ। ਮੈਂ ਅਜੇ ਛੈਣੀ ਨੂੰ ਹੱਥ ਕਰਨਾ ਵੀ ਇਹ ਬੰਦਾ ਛੈਣੀ ਹੈ। ਇਹਨੇ ਭੁੱਲਰ ਦੇ ਪਿਓ ਨੂੰ ਮਾਰਿਆ। ਭੁੱਲਰ ਦੇ ਪਿਓ ਦੇ ਐਡੀਆਂ ਮੁੰਗਲੀਆਂ ਫੇਰਦਾ ਰਿਹਾ। ਮੈਂ ਆਪ ਵੇਖਦਾ ਰਿਹਾ। ਅਸੀਂ 3 ਜਣੇ ਅਸੀਂ ਆ, ਚੌਥਾ ਭੁੱਲਰ ਦਾ ਪਿਓ ਸੀ। ਸਾਰਿਆਂ ਨੂੰ ਕੁੱਟਦੇ ਰਹੇ ਨੇ। ਸਮੇਤ ਸੈਣੀ ਨੂੰ ਤੁਸੀਂ ਆਪ ਵੇਖਿਆ ਤਸ਼ੱਦਦ? ਸਭ ਸੈਣੀ ਨੇ ਸਾਨੂੰ ਦਫ਼ਤਰ 'ਚ ਕਟਾਇਆ। ਆਪਦੇ ਜਿੱਥੇ ਬਹਿੰਦਾ ਸੀ ਉੱਥੇ ਪੈ ਗੱਲ ਤਾਰੀ ਮੇਰੇ ਦੇ 6 ਵੱਜ ਗਈ ਸੀ, ਉਹ 80 ਖੁੱਭ ਗਈ ਸੀ। ਤਦ ਵੇਖੀ ਉੱਥੇ ਕਟਾ ਕੇ ਮੁੜ ਕੇ ਜਿਹੜੇ ਕੁੱਟਣ ਵਾਲੇ ਸੀ ਉਹਦੀ ਕੋਈ ਗੱਲ ਪੁੱਛਦੇ, ਉਹ ਤਾਂ ਮੇਰੇ ਕੁੱਟਣ ਵਾਲੇ ਹੀ ਸੀ। ਉਹ ਆਰਡਰ ਛੈਣੀ ਕਰਦਾ ਸੀ। ਛੈਣੀ ਆਂਦਾ ਫਲਾਣੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ ਸਾਨੂੰ। ਜਦੋਂ ਆਂਦਾ ਸੀ ਬਠਿੰਡੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ, ਸਾਡਾ ਬਠਿੰਡੇ ਜ਼ਿਲ੍ਹੇ ਦਾ ਬੋਲਦਾ ਸੀ। ਉਹ ਨਰਮਿਆ ਪਤਾ ਲੈਣ ਚੱਲਿਆ, 3 ਗੱਡੀਆਂ ਜਾਂਦੀਆਂ ਨੇ। ਮੈਨੂੰ ਉਦੋਂ ਪਤਾ ਲੱਗਾ ਜਦੋਂ ਪੁਲਿਸ ਵਾਲਿਆਂ ਮੈਨੂੰ ਬਾਂਹ ਸੱਜੀ ਖੱਬੀ ਫੜ ਲਈ। ਮੈਨੂੰ ਆਂਦੇ ਮੁਖਤਿਆਰ ਸਿੰਘ ਦਵਿੰਦਰਪਾਲ ਭੁੱਲਰ ਘਰੇ ਆ। ਮੈਂ ਨਹੀਂ ਜੀ। ਉਹਨਾਂ ਨੇ ਮਗਰਲੇ ਬਨੇ ਟੈਂਪੂ ਦੇ ਵਿੱਚ ਸੁੱਟ ਲਿਆ। ਮੈਨੂੰ ਵੇਖਿਆ ਤਾਂ ਸਾਡਾ ਦਿਆਲਪੁਰੇ ਸਾਡੀ ਭੂਆ ਦਾ ਮੁੰਡਾ ਫੜਿਆ ਸੀ। ਉਹਨੂੰ ਪਹਿਲਾਂ ਹੀ ਫੜਿਆ? ਉਹਨੂੰ ਪਹਿਲਾਂ ਦਿਆਲਪੁਰੇ ਫੜ ਕੇ ਲੈ ਗਏ ਹਾਂ। ਇੱਕ ਸਾਡਾ ਸੂਬੇਦਾਰ ਮੇਜਰ ਸੂਬੇਦਾਰ ਪਿਲਸਨ ਆਇਆ ਸੀ, ਉਹਨੂੰ ਫੜ ਲਿਆ ਘਰੋਂ। ਸਾਨੂੰ ਮੇਰੇ ਦਾ ਘਰ ਦੇ ਬਾਅਦ 'ਚ ਪਤਾ ਲੱਗਾ ਦੂਜੇ ਦਿਨ ਵੀ ਉਹਨੂੰ ਫੜ ਕੇ ਲੈ ਗਏ ਨੇ। ਉਹ ਸਾਡੇ ਮਾਝੇ ਲੋਂ ਸਾਡੀ ਸਮੇਤ ਭੂਆ ਦੇ ਜਿਹੜੇ ਤਾਇਆ ਚਾਚਾ ਦੇ ਪੁੱਤ ਉਧਰੋਂ ਫੜ ਲਿਆ ਸੀ। ਜਿੱਥੇ ਰਿਸ਼ਤੇਦਾਰ ਸੀ ਸਾਰੇ ਚੁੱਕ ਲਏ ਸੀ? ਸਾਰੇ ਚੁੱਕਲੇ ਥਾਣੇ ਰਹੇ ਬੰਦੇ 16-17 ਬੰਦੇ ਇੱਥੇ ਥਾਣੇ ਰਹੇ 2-2 ਮਹੀਨੇ ਫੜੇ ਰਹੇ ਸਾਰੇ। ਜਦੋਂ ਪੁਲਿਸ ਵਾਲੇ ਗੱਡੀ ਆਉਂਦੀ ਸੀ ਅਸੀਂ ਸਮੇਤ ਜਨਾਨੀਆਂ ਤੇ ਬੰਦੇ ਸਾਰੇ ਬਾਹਰ ਭੱਜ ਜਾਂਦੇ ਸੀ। ਜਦੋਂ ਦਿਆਲਪੁਰਾ ਸਾਡਾ ਘਰ ਤੁਸੀਂ ਵੇਖ ਕੇ ਆਏ ਨੇ ਭੁੱਲਰ ਦਾ ਬਾਹਰ ਹੈ, ਉਹ ਸਾਰੇ ਭੱਜ ਜਾਂਦੇ ਨੇ। 2-2 ਮਹੀਨੇ ਸਾਰੇ ਬੰਦਿਆਂ ਨੂੰ ਪੁੱਛ ਲਓ, 2-2 3-3 ਮਹੀਨੇ ਇਹ ਥਾਣੇ ਫੜੇ ਰਹੇ ਆ। ਇਹ ਸਾਰੇ ਪੱਠੇ ਪਾਉਣ ਵਾਲਾ ਵੀ ਕੋਈ ਨਹੀਂ ਸੀ ਘਰੇ। ਤਾਂ ਇਹ ਹਾਲਾਤ ਰਹੇ ਆ ਪਰਿਵਾਰਾਂ ਦੇ। ਜਿਹੜੇ ਪਰਿਵਾਰਾਂ ਨੇ ਸਿੱਖ ਸੰਘਰਸ਼ ਦੇ ਸਮੇਂ ਤਸ਼ੱਦਦ ਝੱਲਿਆ, ਕਦੇ ਉਹਨਾਂ ਨੂੰ ਪੁੱਛੋ ਹੁਣ ਕਿ ਤੁਹਾਡੇ ਤੇ ਤਸ਼ੱਦਦ ਹੋਇਆ ਉਦੋਂ ਸਰਕਾਰ ਕਿਹੜੀ ਸੀਗੀ ਪੰਜਾਬ ਦੀ? ਉਦੋਂ ਜਦੋਂ ਹੋਇਆ ਨਾ ਸਾਡੇ ਤੇ, ਉਦੋਂ ਬੇਅੰਤ ਸੋਂ ਆਇਆ ਸੀ ਸਰਕਾਰ। ਉਸ ਤੋਂ ਬਾਅਦ ਜਦੋਂ ਕੱਲ ਆਏ ਉਦੋਂ ਵੀ ਤੁਹਾਨੂੰ ਤੰਗ ਕੀਤਾ? ਇਹ ਉਦੋਂ ਸਾਨੂੰ ਫਿਰ ਸਾਲ ਬਾਅਦ 2 ਸਾਲ ਜਾਂ ਜਿੰਨੇ ਚਿਰ ਭੁੱਲਰ ਫੜਿਆ ਨਹੀਂ ਰਿਹਾ ਸਾਡੇ ਤਾਂ ਸਖਤ ਨਹੀਂ ਰਿਹਾ। ਸਾਰੀਆਂ ਸਰਕਾਰਾਂ ਤੰਗ ਕਰਦੀਆਂ? ਸਾਰੀਆਂ ਸਰਕਾਰਾਂ। ਅਜੇ ਸਾਡੀ ਆ ਸਿੰਨੇ ਸਿੰਘ ਖਲੋਤੇ ਨੇ ਸਾਡੀ ਲੋਕ ਮਤ ਕਰਦੇ ਸੀ। ਸਰ ਭੁੱਲਰ ਸਾਹਿਬ ਦੇ ਮਾਤਾ ਜੀ ਪੁੱਤ ਨੂੰ ਯਾਦ ਕਰਦੇ, ਰੋਂਦੇ ਕਰਲਾਉਂਦੇ, ਕਿਉਂਕਿ ਮਾਂ ਵਾਸਤੇ ਪੁੱਤ ਹੀਰੇ ਹੁੰਦੇ ਆ। ਉਹ ਚਲੇ ਗਏ ਆ। ਸਾਡੀ ਚਾਚੀ ਲੱਗਦੀ ਸੀ। ਇਹ ਗੱਲ ਦਾ ਸਾਨੂੰ ਅਜੇ ਕੋਸ਼ਿਸ਼ਾਂ ਕੀਤੀਆਂ ਸਾਡੇ ਮਨ 'ਚ ਰੋਸ ਆਉਂਦਾ। ਮੈਂ ਤੈਨੂੰ ਜਦੋਂ ਅਸੀਂ ਯਾਦ ਕਰਦੇ ਉਹ ਮੌਕਾ ਅਜੇ ਸਾਡੇ ਮਨ 'ਚ ਰੋਸ ਆਉਂਦਾ। ਅਸੀਂ ਹੁਣ ਵੀ ਕਹਿੰਦੇ ਆ ਕਿ ਸਾਡੇ ਭਰਾ ਨੂੰ ਛੱਡ ਦੇਣ। ਅਸੀਂ ਉਹ ਗੱਲਾਂ ਫੇਰ ਤਾਂ ਹੁਣ ਕੇਜਰੀਵਾਲ ਚਾਹੁੰਦਾ ਵੀ ਪੰਜਾਬ ਵਾਲੇ ਮੈਨੂੰ ਵੋਟਾਂ ਦੇਣ, ਤੇ ਉਹਦੀ ਜਿਹੜੀ ਇੱਕ ਸਾਈਨ ਨਹੀਂ ਹੋਏ ਤਾਂ ਭੁੱਲਰ ਰਿਹਾ ਨਹੀਂ ਹੋ ਰਿਹਾ। ਉਹਨੂੰ ਤੁਹਾਡਾ ਕੀ? ਅਸੀਂ ਸਾਨੂੰ ਬੜੀ ਮਿਹਨਤ ਸੀ ਕਿ ਕੇਜਰੀਵਾਲ ਸਾਈਨ ਕਰ ਦੂ, ਪਰ ਹੁਣ ਸਾਡਾ ਮਨ ਨਾਰਾਜ਼ ਹੈ। ਕਿਵੇਂ ਵੋਟਾਂ ਸਾਰੇ ਭਰਾ ਕਿਵੇਂ ਪਾਉਂਦੇ? 2012 ਚ ਵੀ ਮਾਰਚ ਕੱਢੇ ਗਏ, ਫਾਂਸੀ ਦੀ ਸਜ਼ਾ ਵੀ ਸੁਣਾਤੀ ਸੀ ਪ੍ਰੋਫੈਸਰ ਭੁੱਲਰ ਨੂੰ। ਪਹਿਲਾਂ ਬੜੀ ਮਿਹਨਤ ਕਰਕੇ ਸਿੱਖ ਪੰਥ ਨੇ ਫਾਂਸੀ ਦੀ ਸਜ਼ਾ ਰਕਵਾਈ ਆ। ਤਾਂ ਹਰ ਕੰਮ ਵਾਸਤੇ ਸਾਨੂੰ ਇੰਨੀਆਂ ਕੋਸ਼ਿਸ਼ਾਂ ਕਿਉਂ ਕਰਨੀਆਂ ਪੈਂਦੀਆਂ? ਪੰਜਾਬ ਤੇ ਸਾਡਾ ਆਪਦਾ ਦੇਸ਼ ਆ, ਸਾਡਾ ਆਪਦਾ ਰਾਜ ਆ, ਸਰਕਾਰਾਂ ਸਾਡੀ ਗੱਲ ਕਿਉਂ ਨਹੀਂ ਸੁਣਦੀਆਂ? ਮੈਂ ਜੀ ਘਰੇ ਹੁਣ ਘਰੇ ਆਜੂ ਭੁੱਲਰ ਘਰ ਅਜੇ ਵੀ ਢਿੱਲਾ ਪੂਰਾ ਕਾਇਮ ਨਹੀਂ ਦਾ। ਅਜੇ ਵੀ ਢਿੱਲਾ ਹੈ। ਅਜੇ ਵੀ ਢਿੱਲਾ ਤੇ ਗੌਰਮੈਂਟ ਦੇ ਜੂੰ ਨਹੀਂ ਸਰਕਦੀ। 2-2 ਮਹੀਨੇ ਥਾਣੇ ਰਹੇ ਅਸੀਂ। ਬਾਪੂ ਜੀ ਉਹ ਸਮਾਂ ਬੜਾ ਔਖਾ ਟੱਪਿਆ, ਚਲੋ ਮਹਾਰਾਜ ਦੀ ਘੜੀ ਨੂੰ ਟੱਪ ਗਿਆ ਔਖਾ ਸੌਖਾ, ਪਰ ਹੁਣ ਤੇ ਉਹ ਬੰਦਾ ਬਿਲਕੁਲ ਸਜ਼ਾ ਪੂਰੀ ਕਰ ਚੁੱਕਿਆ। ਸਜ਼ਾ ਪੂਰੀ ਹੋਈ ਨੂੰ ਕਿੰਨੇ ਸਾਲ ਹੋ ਗਏ ਆ, ਤੇ ਹੁਣ ਇਹਨਾਂ ਨੂੰ ਚਾਹੀਦਾ ਵੀ ਕੇਜਰੀਵਾਲ ਸਰਕਾਰ ਆ, ਭਗਵੰਤ ਮਾਨ ਆਮ ਆਦਮੀ ਪਾਰਟੀ ਆ। ਦੇਖੋ 9 ਬੰਦੀ ਸਿੰਘ ਆ ਬਾਪੂ ਜੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ। 8 ਉਹ ਆ ਜਿਹੜੇ ਕੋਈ ਯੂਪੀ 'ਚ ਆ, ਕੋਈ ਉੱਤਰਾਖੰਡ 'ਚ ਆ, ਕੋਈ ਬਿਹਾਰ ਦੀ ਸਰਕਾਰ 'ਚ, ਕੋਈ ਰਾਜਸਥਾਨ 'ਚ, ਕੋਈ ਪੰਜਾਬ 'ਚ ਆ। 8 ਉਹ ਆ, ਪਰ ਉਹਨਾਂ ਦੀਆਂ ਸਜ਼ਾਵਾਂ ਦੀਆਂ ਕੁਝ ਜਿਹੜੀਆਂ ਫਾਈਲਾਂ ਦੇ ਪ੍ਰੋਸੈਸ ਆ, ਅਜੇ ਉਹਨਾਂ ਦੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਅਧੂਰੀ ਆ। ਪਰ ਪ੍ਰੋਫੈਸਰ ਭੁੱਲਰ ਦੀ ਪੂਰੀ ਆ, ਸਿਰਫ ਕੇਜਰੀਵਾਲ ਦੇ ਸਾਈਨ ਚਾਹੀਦੇ ਤੇ ਬੰਦਾ ਛੱਡ ਦੇਣਾ। ਜਦੋਂ ਭਗਵੰਤ ਮਾਨ ਦੇ ਪਿੰਡ ਗਏ ਆ, ਲੋਕਾਂ ਦਾ ਇਕੱਠ ਹੋ ਗਿਆ, ਉਹ ਥੋੜੇ ਡਰਦੇ ਸੀ। ਜਦੋਂ ਅਸੀਂ ਦੱਸਿਆ ਵੀ ਆਹ ਗੱਲ ਹੈ, ਉਹ ਫੇਰ ਲੋਕ ਸਹਿਮਤ ਹੋ ਗਏ। ਪਿੰਡ ਵਾਲੀ ਪੰਚਾਇਤ ਨੇ ਵੀ ਆਖਿਆ ਵੀ ਅਸੀਂ ਭਗਵੰਤ ਮਾਨ ਨੂੰ ਅੱਖਾਂ ਦੇ ਵਿੱਚ। ਜਦੋਂ ਜੇਲ੍ਹ 'ਚ ਗਿਆ ਸੀ GNE ਕਾਲਜ ਲੁਧਿਆਣਾ ਦਾ ਟੌਪ ਦਾ ਪ੍ਰੋਫੈਸਰ, ਬੜਾ ਇੰਟੈਲੀਜੈਂਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੋਂ ਪੜ੍ਹੇ ਹੋਏ ਵਿਦਿਆਰਥੀ ਜਿਹੜੇ ਆ ਅੱਜ A ਕਲਾਸ ਅਫਸਰ ਬਣੇ ਆ।
ਪਰ ਭਾਰਤੀ ਨਿਆਂ ਪ੍ਰਣਾਲੀ ਨੇ ਝੂਠੇ ਮੁਕੱਦਮੇ ਦਰਜ ਕਰਕੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਕੀਤੀ। ਪਹਿਲੀ ਗੱਲ ਝੂਠੇ ਮੁਕੱਦਮੇ, ਦੂਜੀ ਗੱਲ ਪਾਤੇ ਮੁਕੱਦਮੇ। ਜਿਹੜੀ ਸਜ਼ਾ ਉਹਨੂੰ ਸੁਣਾਈ ਗਈ ਉਹਨੇ ਭੁਗਤ ਲਈ ਆ, ਫਿਰ ਬੰਦਾ ਕਿਉਂ ਨਹੀਂ ਛੱਡ ਰਹੇ? ਸਰ ਭੁੱਲਰ ਦਵਿੰਦਰਪਾਲ ਸਿੰਘ ਜੀ ਭਰਾ ਮੇਰਾ ਜੀ ਭੁੱਲਰ ਦੇ ਭਾਈ ਹੋ ਤੁਸੀਂ? ਅਸੀਂ ਭੁੱਲਰ ਦੇ ਭਰਾ, ਤਾਏ ਦਾ ਮੁੰਡਾ ਮੈਂ। ਅੱਛਾ ਅੱਛਾ। ਇਹ ਭੁੱਲਰ ਦੇ ਵਾਹ ਚ ਭੁੱਲਰ ਦੇ ਪਿਓ ਨੂੰ ਤਾਂ ਫੜਿਆ ਸੀ, ਮਾਸੜ ਨੂੰ ਫੜਿਆ ਸੀ, ਸਾਨੂੰ ਚੰਡੀਗੜ੍ਹ ਵਾਲੇ ਸ਼ੈਣੀ ਨੇ ਫੜਿਆ, ਸਾਨੂੰ ਕੁੱਟਿਆ। ਅਸੀਂ 8 ਦਿਨ ਚੰਡੀਗੜ੍ਹ ਰਹੇ ਆ, 8 ਦਿਨ ਮਣੀ ਮਾਜਰੇ ਰਹੇ। ਮੇਰੇ ਨਾਲ ਸਾਡੀ ਭੂਆ ਦਾ ਮੁੰਡਾ ਸੀ, ਉਹ ਢਿੱਲਾ ਹੋ ਗਿਆ ਸੀ, ਉਹਨੂੰ ਛੱਡਤਾ। ਭੁੱਲਰ ਦੇ ਪਿਓ ਨੂੰ ਮਗਰੋਂ ਇਹਨਾਂ ਨੇ ਮਾਰਤਾ। ਜੇ ਭੁੱਲਰ ਨੇ ਅਬਲ ਦਾ ਗੁਨਾਹ ਕੋਈ ਕੀਤਾ ਨਹੀਂ ਸੀ, ਹੁਣ ਤੱਕ ਭੁੱਲਰ ਨੂੰ ਇਹਨਾਂ ਛੱਡਿਆ ਨਹੀਂ। ਸ਼ੈਣੀ ਦੇ ਅਜੇ ਤੱਕ ਕਿਸੇ ਸਰਕਾਰ ਨੇ ਹਾਰਾ ਨਾਰਾ ਨਹੀਂ ਮਾਰਿਆ, ਕਿਸੇ ਦਾ ਪਰਚਾ ਨਹੀਂ ਕਰਾਇਆ। ਤੁਸੀਂ ਦਾ ਪਰਚਾ ਕਰਾ ਦਈਏ, ਜਿਹੜੇ ਸਾਨੂੰ ਸਦੀਏ ਦੇਣੇ ਉਹ ਵੱਖਰੇ ਦਿੱਤੇ ਗਏ। ਭੁੱਲਰ ਅਜੇ ਤੱਕ ਢਿੱਲਾ ਹੋਣ ਸਾਰ ਕਰਕੇ ਜੇਲ੍ਹਾਂ 'ਚ ਅਜੇ ਧੱਕੇ ਖਾਂਦਾ, ਛੱਡਣ ਦਾ ਨਾਂ ਨਹੀਂ ਲੈਂਦੇ। ਮੇਰਾ ਨਾਮ ਮੁਖਤਿਆਰ ਸਿੰਘ। ਮੁਖਤਿਆਰ ਸਿੰਘ, ਹਾਂਜੀ, ਸਭ ਤੋਂ ਪਹਿਲਾਂ ਇਹਨਾਂ ਦੇ ਦਰਸ਼ਨ ਕਰਾ ਦਿਓ, ਇਹਨਾਂ ਦੀ ਸਰੀਰਕ ਹਾਲਤ ਦੇ ਦਰਸ਼ਨ ਕਰਾ ਦਿਓ। ਮੁਖਤਿਆਰ ਸਿੰਘ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦੇ ਪੁੱਤ ਨੇ, ਭਾਈ ਆ, ਭਰਾ ਆ ਉਹਨਾਂ ਦੇ। ਸਿੱਖ ਤੇ ਕਿਸੇ ਬਗਾਨੇ ਦਾ ਜਿਹੜਾ ਗੁਰੂ ਦਾ ਸਿੱਖ ਹੋਵੇ ਉਹਨੂੰ ਵੀ ਭਾਈ ਮੰਨਦਾ, ਉਹਦੇ ਖੂਨ ਦਾ ਰਿਸ਼ਤਾ ਜੀ। ਅੱਛਾ ਹਾਂਜੀ, ਮੇਰਾ ਮੁੰਡਾ ਭਤੀਜਾ ਉਹਦਾ ਲੱਗਦਾ ਭੁੱਲਰ ਦਾ। ਜੀ ਜੀ ਜੀ। ਹਾਂਜੀ, ਤਾਂ ਤੁਹਾਡੇ ਤੇ ਵੀ ਤਸ਼ੱਦਦ ਜਿਹੜਾ ਸੁਮੇਧ ਸੈਣੀ ਨੇ ਬੜੇ ਨਾਲ ਦਾ ਮੇਰਾ ਜਾਂ ਭੂਆ ਦੋ ਤੇ ਮਰ ਹੀ ਚੱਲਿਆ ਸੀ ਜੀ, ਮਣੀ ਮਾਜਰੇ। ਸਾਨੂੰ ਅਫਸਰ ਨੇ ਫੇਰ ਛੱਡਿਆ ਸੀ, ਬਨੂਟੋ ਜ਼ਿੰਮੇਵਾਰੀ ਲੈ ਕੇ ਸਾਨੂੰ ਉਹਨੇ ਫੇਰ ਛੱਡਿਆ ਸੀ। ਤੇ ਇੱਕ ਸਾਡਾ ਕੈਨੇਡਾ ਗਿਆ ਤਾਏ ਦਾ ਪੁੱਤ, ਉਹ ਸੂਬੇਦਾਰ ਮੇਜਰ ਸੀ, ਉਹਨੂੰ ਵੀ ਕੁੱਟਿਆ। ਛੈਣੀ ਜਿਹੜਾ ਭੁੱਲਰ ਦੇ ਐਡੇ ਐਡੇ ਘੋਟ ਨੇ ਲੋਹੇ ਦੇ ਫੇਰਦਾ ਰਿਹਾ ਮੇਰੇ ਅੱਖਾਂ ਸੀਆਈ ਸ਼ਟਾਫ ਦੇ ਸਾਹਮਣੇ। ਮੇਰੇ ਇੱਥੇ ਸੱਟ ਵੱਜ ਗਈ ਮੂੰਹ ਤੇ, ਮੇਰਾ ਸਿਰ ਘੱਟ ਕੁੱਟਿਆ ਸੀ। ਵੇਨਾ ਮੈਂ 4 ਸਵੇਰੇ ਸਾਰਿਆਂ ਸਾਂ ਤੇ ਉਹਨੂੰ ਉਹਨਾਂ ਨੇ ਮਗਰੋਂ ਮਾਰਤਾ। ਭੁੱਲਰ ਦੇ ਪਿਓ ਦਾ ਦੱਸ, ਇਹਨਾਂ ਨੇ ਕਿਸੇ ਕਾਲੀ ਸਰਕਾਰ ਹੋਵੇ, ਕਾਂਗਰਸ ਹੋਵੇ, ਚਾਹੇ ਭਾਜਪਾ ਹੋ, ਚਾਹੇ ਕੋਈ ਕਿਸੇ ਨੇ ਨਾਰਾ ਧਾਰਾ ਮਾਰਿਆ ਨਾ ਕਰਨ ਗੱਲ। ਜੇ ਭੁੱਲਰ ਨੇ ਕੋਈ ਵੀ ਭਰਾ ਆਖੇ ਭੁੱਲਰ ਨੇ ਉਹ ਕੰਮ ਕੀਤਾ, ਮੈਂ ਦੇਣਦਾਰ ਹੈ। ਅਜੇ ਤੱਕ ਭੁੱਲਰ ਨੂੰ ਹੁਣ ਸਾਨੂੰ ਆਸ ਸੀ ਭੁੱਲਰ ਨੂੰ ਛੱਡਣ ਦੀ, ਇਹਨਾਂ ਭੁੱਲਰ ਨੂੰ ਫੇਰ ਨਕਾਰ ਕਰਤਾ। ਇਹ ਸਵਾਲ ਨੇ, ਇਹ ਸਵਾਲ ਜਿਹੜੇ ਜਵਾਬ ਮੰਗਦੇ ਆ, ਬਿਲਕੁਲ ਵਾਜਬ ਸਵਾਲ ਨੇ। ਬੀਬੀ ਦਾੜੀ ਆ, ਬਜ਼ੁਰਗ ਉਮਰ ਆ, ਤੁਰਿਆ ਵੀ ਨਹੀਂ ਜਾਂਦਾ, ਪਰ ਜਿਹੜਾ ਤਸ਼ੱਦਦ ਸੁਮੇਧ ਸੈਣੀ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਦਾ ਸਕਾ ਰਿਹਾ। ਔਰ ਵੱਡੀ ਗੱਲ, ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਭਾਰਤੀ ਕਾਨੂੰਨੀ ਢਾਂਚੇ ਦਾ ਵੀ ਸਕਾ ਰਿਹਾ। ਭਾਰਤੀ ਕਾਨੂੰਨੀ ਢਾਂਚੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਸਤੇ ਕਾਨੂੰਨ ਹੋਰ, ਸੁਮੇਧ ਸੈਣੀ ਵਾਸਤੇ ਹੋਰ। ਤੁਹਾਡੇ ਤੇ ਕਿੰਨੇ ਦਿਨ ਤਸ਼ੱਦਦ ਹੋਇਆ? ਅਸੀਂ ਜੀ 8-9 ਦਿਨ ਚੰਡੀਗੜ੍ਹ ਰਹੇ ਆ, 8-9 ਦਿਨ ਮਣੀ ਮਾਜਰੇ ਲੈ ਕੇ ਨਾਲ ਦਾ ਜਦੋਂ ਸਾਨੂੰ ਲਗਾਏ ਨਾਲ ਦਾ ਮੁੰਡਾ ਦਾ ਮਾਰਦੇ ਤੇ ਮੈਂ ਹੁਣ ਕੀ ਕਰੀਏ, ਮਾਰਦੇ। ਕਿੱਥੋਂ ਫੜਿਆ ਸੀ ਤੁਹਾਨੂੰ? ਕਿੱਥੋਂ? ਸਾਨੂੰ ਜੀ ਅਸੀਂ ਦਿਆਲਪੁਰੇ ਨੂੰ ਆਉਂਦੇ ਹਾਂ, ਅੱਜ ਕੱਲ੍ਹ ਦਾ ਦਿਨ ਸੀ, ਇਹੋ ਮਹੀਨਾ ਸੀ ਮਾਘ ਦਾ। ਅਸੀਂ ਮਾਘ 'ਚ ਨਰਮਾ ਵੇਚ ਕੇ ਆਉਂਦੇ ਹਾਂ। ਭੁੱਲਰ ਦੇ ਪਿਓ ਨੂੰ ਅਗਲੇ ਬੰਨੇ ਭਾਇਆ ਸੀ ਇਹਨਾਂ ਨੇ। ਭੁੱਲਰ ਦੇ ਪਿਓ ਨੂੰ ਬਰਨਾਲਿਓਂ ਅਗਲੇ ਬੰਨੇ ਭਾ ਕੇ ਆਂਦਾ, ਜੇ ਤੂੰ ਬੰਦੇ ਨਾ ਫੜਾਏ ਤੇਰੀਆਂ ਜਨਾਨੀਆਂ ਕੋਲੇ ਤੈਨੂੰ ਨੰਗਾ ਕਰਕੇ ਕੁੱਟਾਂ ਦੇ। ਮੈਂ ਪੁਲਿਸ ਵਾਲੇ ਕਹਿੰਦੇ ਰਹੇ, ਜਿਹੜੇ ਨਾਲ ਲੈ ਕੇ ਆਏ ਅਗਲੀ ਗੱਡੀ 'ਚ ਭਾਇਆ। ਜਦੋਂ ਮੈਂ ਨਰਮੇ ਦਾ ਪਤਾ ਲੈਣ ਚੱਲਿਆ, 3 ਗੱਡੀਆਂ ਜਾਂਦੀਆਂ ਨੇ, ਮੈਨੂੰ ਉਦੋਂ ਪਤਾ ਲੱਗਾ ਜਦੋਂ ਪੁਲਿਸ ਵਾਲੇ ਮੈਨੂੰ ਬਾਂਹ ਸੱਜੀ ਖੱਬੀ ਫੜ ਲਈ। ਮੈਨੂੰ ਆਦੇ ਮੁਖਤਿਆਰ ਸਿੰਘ ਦਵਿੰਦਰਪਾਲ ਭੁੱਲਰ ਘਰੇ ਆ? ਮੈਂ ਨਹੀਂ ਜੀ। ਉਹਨਾਂ ਨੇ ਮਗਰਲੇ ਬਨੇ ਟੈਂਪੂ ਦੇ ਵਿੱਚ ਸੁੱਟ ਲਿਆ। ਮੈਨੂੰ ਵੇਖਿਆ ਤਾਂ ਸਾਡਾ ਦਿਆਲਪੁਰੋਂ ਸਾਡੀ ਭੂਆ ਦਾ ਮੁੰਡਾ ਫੜਿਆ ਸੀ। ਅੱਛਾ, ਉਹਨੂੰ ਪਹਿਲਾਂ ਹੀ ਫੜਿਆ ਹੋਇਆ ਸੀ? ਉਹਨੂੰ ਪਹਿਲਾਂ ਦਿਆਲਪੁਰੇ ਫੜ ਕੇ ਲੈ ਗਏ ਹਾਂ। ਇੱਕ ਸਾਡਾ ਸੂਬੇਦਾਰ ਮੇਜਰ ਸੂਬੇਦਾਰ ਪਿਲਸਨ ਆਇਆ ਸੀ, ਉਹਨੂੰ ਫੜ ਲਿਆ ਘਰੋਂ। ਸਾਨੂੰ ਮੇਰੇ ਦੇ ਘਰ ਦੇ ਬਾਅਦ 'ਚ ਪਤਾ ਲੱਗਾ, ਦੂਜੇ ਦਿਨ ਵੀ ਉਹਨੂੰ ਫੜ ਕੇ ਲੈ ਗਏ ਨੇ। ਸਾਨੂੰ ਤੁਹਾਨੂੰ ਰਾਹ 'ਚੋਂ ਹੀ ਫੜ ਕੇ? ਰਾਹ 'ਚ ਫੜ ਕੇ ਉੱਥੇ ਨਹੀਂ 10 ਸੈਕਟਰ ਦੇ ਵਿੱਚ ਰੱਖਿਆ। ਇੱਥੇ ਸਾਨੂੰ ਦੂਜੇ ਦਿਨ ਸ਼ੈਣੀ ਨੇ ਕਟਾ ਕੇ ਲੰਮਾਇਆ 18, ਸਾਨੂੰ ਉਹਦੇ ਵਿੱਚ 8 ਦਿਨ ਦਿੱਤੀ ਰੱਖਿਆ। ਉੱਥੋਂ ਪਰ ਭੁੱਲਰ ਦੇ ਪਿਓ ਨੂੰ ਸਾਨੂੰ 5 ਵਜੇ ਨਖੇੜ ਲਿਆ। ਉਦੋਂ ਬਾਅਦ ਸਾਨੂੰ 2 ਜਣੇ ਨੂੰ ਮਣੀ ਮਾਜਰੇ ਰਹਿ ਗਏ। 8 ਦਿਨ ਅਸੀਂ ਮਣੀ ਮਾਜਰੇ ਰਹੇ। ਨਾਲ ਦਾ ਮੇਰਾ ਜਿਹੜਾ ਉਹ ਮਰ ਚੱਲਿਆ ਸੀ, ਉਹਨੂੰ ਉਹਦਾ ਸਿਰ ਸੁਰ ਵੀ ਕੁੱਟਦੇ ਰਹੇ, ਉਹਨੂੰ ਸੁਰਤ ਨਹੀਂ ਸੀ ਕੋਈ। ਉਹ ਐਨਸ ਬੇਟੇ ਚੰਗਾ ਸੀ। ਉਹਨੇ ਮੇਰੇ ਪੁਲਿਸ ਵਾਲਿਆਂ ਨੂੰ ਆਖਿਆ ਬਨੂਟੋ ਇਹਨਾਂ ਦੇ ਬੰਦੇ ਲਿਆਓ, ਬੁਲਾ ਕੇ। ਬਨੂਟੋ ਸਾਡੀ ਰਿਸ਼ਤੇਦਾਰੀ ਸੀ, ਉਹ ਬਨੂਟੋ ਗਏ। ਫਿਰ ਉਹਨੇ ਸਾਨੂੰ ਐਨਸ ਬੇਟਾ ਚੰਗਾ ਸੀ, ਉਹਨੇ ਵਿਚਾਰੇ ਸਾਨੂੰ ਛੱਡਿਆ। ਸਾਨੂੰ ਵੀ ਕੁੱਟਿਆ ਪੁਲਿਸ ਨੇ? ਸਾਨੂੰ ਕੁੱਟਿਆ। ਮੇਰੇ ਇਹ ਥਾਂ ਤੇ ਜਦੋਂ ਸਾਨੂੰ ਸ਼ੈਣੀ ਨੇ ਕਟਾਇਆ, ਇਹ ਥਾਂ ਤੇ ਮੈਨੂੰ ਸਾਡੇ ਉਹ ਵੱਜ ਗਈ ਬੂਹੇ ਦੀ ਦਲੀਜ, ਮੇਰਾ ਇਸ ਦਾ ਲੋਗੋ ਲਵਾ ਸਾਰਾ ਹੋ ਗਿਆ ਸੀ। ਹਾਂ, ਸਾਨੂੰ ਬੜੇ ਜਦੋਂ ਕੁੱਟਦੀ ਸੀ ਤਾਂ ਕੀ ਕਹਿੰਦੀ ਸੀ ਤੁਹਾਨੂੰ? ਕੀ ਮਨਾਉਣਾ ਚਾਹੁੰਦੇ? ਭੁੱਲਰ ਦੱਸੋ, ਭੁੱਲਰ ਦੱਸੋ। ਫਿਰ ਜੀ ਅਸੀਂ 2-2 ਮਹੀਨੇ 3-3 ਐ ਥਾਣੇ ਫੜੇ ਰਹੇ ਸਾਰੇ। ਜਦੋਂ ਪੁਲਿਸ ਵਾਲੇ ਗੱਡੀ ਆਉਂਦੀ ਸੀ, ਅਸੀਂ ਸਮੇਤ ਜਨਾਨੀਆਂ ਤੇ ਬੰਦੇ ਸਾਰੇ ਬਾਹਰ ਭੱਜ ਜਾਂਦੇ ਸੀ। ਜਦੋਂ ਦਿਆਲਪੁਰਾ ਸਾਡਾ ਘਰ ਤੁਸੀਂ ਵੇਖ ਕੇ ਆਏ ਨੇ, ਭੁੱਲਰ ਦਾ ਬਾਹਰ ਹੈ, ਉਹ ਸਾਰੇ ਭੱਜ ਜਾਂਦੇ ਨੇ। 2-2 ਮਹੀਨੇ ਸਾਰੇ ਬੰਦਿਆਂ ਨੇ ਪੁੱਛ ਲਓ, 2-2 3-3 ਮਹੀਨੇ ਇਹ ਥਾਣੇ ਫੜੇ ਰਹੇ ਆ। ਇਹ ਸਾਡੇ ਪੱਠੇ ਪਾਉਣ ਵਾਲਾ ਵੀ ਕੋਈ ਨਹੀਂ ਸੀ ਘਰੇ।
ਤਾਂ ਇਹ ਹਾਲਾਤ ਰਹੇ ਆ ਪਰਿਵਾਰਾਂ ਦੇ, ਜਿਹੜੇ ਪਰਿਵਾਰਾਂ ਨੇ ਸਿੱਖ ਸੰਘਰਸ਼ ਦੇ ਸਮੇਂ ਤਸ਼ੱਦਦ ਝੱਲਿਆ, ਕਦੇ ਉਹਨਾਂ ਨੂੰ ਪੁੱਛੋ। ਹੁਣ ਕਹਿੰਦੇ ਪੰਜਾਬ ਸ਼ਾਂਤ ਹੈ। ਕੇਜਰੀਵਾਲ ਬਾਪੂ ਜੀ ਦੇਖੋ ਲੰਬਾ ਸਮਾਂ ਹੋ ਗਿਆ ਪ੍ਰੋਫੈਸਰ ਭੁੱਲਰ ਸਾਹਿਬ ਨੂੰ, ਜਦੋਂ ਤੁਹਾਡੇ ਤੇ ਤਸ਼ੱਦਦ ਹੋਇਆ ਉਦੋਂ ਸਰਕਾਰ ਕਿਹੜੀ ਸੀਗੀ ਪੰਜਾਬ ਦੇ ਵਿੱਚ? ਉਦੋਂ ਜਦੋਂ ਹੋਇਆ ਨਾ ਸਾਡੇ ਤੇ, ਉਦੋਂ ਬੇਅੰਤ ਸੋਂ ਆਇਆ ਸੀ ਸਰਕਾਰ 'ਚ। ਬੇਅੰਤ ਦੇ ਮੁੱਖ ਮੰਤਰੀ ਬਿਆਨ ਦੇ ਮੁੱਖ ਮੰਤਰੀ ਉਦੋਂ ਭੁੱਲਰ ਦੇ ਪਿਓ ਨੂੰ ਤੇ ਬੇਅੰਤ ਮੁੱਖ ਮੰਤਰੀ ਕਾਂਗਰਸ ਦੇ ਸਰਕਾਰ ਸਮੇਂ ਵੀ ਤਸ਼ੱਦਦ ਹੋਇਆ। ਉਸ ਤੋਂ ਬਾਅਦ ਜਦੋਂ ਕੱਲ ਆਏ ਉਦੋਂ ਵੀ ਤੁਹਾਨੂੰ ਤੰਗ ਕੀਤਾ? ਇਹ ਉਦੋਂ ਸਾਨੂੰ ਫਿਰ ਸਾਲ ਬਾਅਦ 2 ਸਾਲ ਜਾਂ ਜਿੰਨੇ ਚਿਰ ਭੁੱਲਰ ਫੜਿਆ ਨਹੀਂ ਰਿਹਾ, ਸਾਡੇ ਤਾਂ ਸਖਤ ਨਹੀਂ ਰਿਹਾ। ਸਾਰੀਆਂ ਸਰਕਾਰਾਂ ਤੰਗ ਕਰਦੀਆਂ। ਸਾਰੀਆਂ ਸਰਕਾਰਾਂ ਅਜੇ ਸਾਡੀ ਆ ਸਿੰਨੇ ਸਿੰਘ ਖਲੋਤੇ ਨੇ, ਸਾਡੀ ਲੋਕ ਮਤ ਕਰਦੇ ਸੀ। ਲੋਕ ਆਂਦੇ ਸੀ ਵੀ ਇੱਥੇ ਭੁੱਲਰ ਨਹੀਂ ਆਉਂਦਾ, ਨਹੀਂ ਤੇ ਸਾਨੂੰ ਹੋ ਸਕਦਾ ਸਾਡੇ ਨਾਲ ਕੀ ਕਰਦੇ, ਸਾਨੂੰ ਸਰਕਾਰਾਂ ਕੀ ਕਰਦੀਆਂ। 2 ਮਹੀਨੇ ਇੱਥੇ ਥਾਣੇਦਾਰ ਆਪਣਾ ਜੰਕਸੋਂ ਸੀ ਆਇਆ, ਉਹ ਲੰਮਾ ਪਾਉਣ ਲੱਗਾ। ਮੈਂ ਹੋ ਜੇ ਸਾਨੂੰ ਪਤਾ ਹੁੰਦਾ ਅਸੀਂ ਚੰਡੀਗੜ੍ਹ ਸਿਆਈ ਸ਼ਰਾਬ ਨੂੰ ਦੱਸਦੇ ਭੁੱਲਰ ਆਊਗਾ। ਭੁੱਲਰ ਜਿਉਂ ਪਕੌੜਾ ਕਿਸੇ ਸਾਡੇ ਜੀ ਨੂੰ ਨਹੀਂ ਮਿਲਿਆ, ਜਿਉਂ ਗਵਰਨਮੈਂਟ ਨੇ ਪਕੌੜਾ ਕਰਤਾ ਸਾਡੇ ਕਿਸੇ ਜੀ ਨੂੰ ਨਹੀਂ ਮਿਲਿਆ। ਬਾਪੂ ਜੀ ਮਾਤਾ ਜੀ ਹੁਣ ਪ੍ਰੋਫੈਸਰ ਭੁੱਲਰ ਸਾਹਿਬ ਦੇ ਮਾਤਾ ਜੀ ਪੁੱਤ ਨੂੰ ਯਾਦ ਕਰਦੇ ਰੋਂਦੇ ਕਰਲਾਉਂਦੇ, ਕਿਉਂਕਿ ਮਾਂ ਵਾਸਤੇ ਪੁੱਤ ਹੀਰੇ ਹੁੰਦੇ ਆ। ਉਹ ਚਲੇ ਗਏ ਆ। ਹਾਂਜੀ ਚਾਚੀ ਲੱਗਦੀ ਸੀ, ਇਹ ਗੱਲ ਦਾ ਸਾਨੂੰ ਅਜੇ ਕੋਸ਼ਿਸ਼ਾਂ ਕੀਤੀਆਂ। ਸਾਡੇ ਮਨ ਚ ਰੋਸ ਆਉਂਦਾ। ਮੈਂ ਤੈਨੂੰ ਦੱਸਾਂ ਗੱਲ, ਜਦੋਂ ਅਸੀਂ ਯਾਦ ਕਰਦੇ ਉਹ ਮੌਕਾ, ਅਜੇ ਸਾਡੇ ਮਨ ਚ ਰੋਸ ਆਉਂਦਾ। ਅਸੀਂ ਹੁਣ ਵੀ ਆਨੇ ਆ ਤੇ ਸਾਡੇ ਭਰਾ ਨੂੰ ਛੱਡ ਦੇਣ, ਅਸੀਂ ਉਹ ਗੱਲਾਂ ਫੇਰ ਹੀ ਭੁੱਲ ਜਾਈਏ। ਪਰ ਇਹ ਗਵਰਨਮੈਂਟ ਉਸ ਗੱਲ ਤੇ ਛੱਡਣ ਤੇ ਆਉਂਦੀ ਨਹੀਂ ਦੀ। ਕਾਨੂੰਨ ਆ, ਜਦੋਂ ਬੰਦੇ ਨੂੰ ਕਿਸੇ ਨੂੰ ਸਜ਼ਾ ਹੋਈ 20 ਸਾਲ ਹੋ ਗਈ ਕਰਤੀ ਉਹਨਾਂ ਨੇ ਸਜ਼ਾ। ਪਹਿਲੀ ਗੱਲ ਤਾਂ ਇਹ ਵੀ ਹੈ, ਵਕੀਲ ਜਿਹੜੇ ਆ ਮੰਝਪੁਰ ਹੋਣੀ ਆ ਸਾਰੇ ਦੱਸਦੇ ਵੀ ਉਹ ਨਜਾਇਜ਼ ਆ, ਗੂਠਾ ਲਵਾਇਆ। ਜੀਐਨਈ ਕਾਲਜ ਦਾ ਪ੍ਰੋਫੈਸਰ ਬੰਦਾ ਕਿਤੇ ਗੂਠਾ ਲਾਊਗਾ? ਉਹ ਨਜਾਇਜ਼ ਝੂਠਾ ਕੇਸ ਆ। ਕੋਈ ਬੰਦਾ ਦੱਸਦਾ ਇੰਨੇ ਭਰਾ ਸਾਡਾ ਪਿੰਡ ਭੁੱਲਰ ਨੇ ਕਿਸੇ ਬੰਦੇ ਨੂੰ ਤੰਗ ਕੀਤਾ ਹੋਵੇ, ਮੈਂ ਹੁਣ ਵੀ ਦੇਣਦਾਰ ਹੈ। ਫੇਰ ਜੀ ਹੁਣ ਥੋੜੇ ਦਿਨ ਹੋ ਗਏ ਆ, ਭਗਵੰਤ ਮਾਨ ਦੇ ਪਿੰਡ ਵੀ ਮੈਂ ਗਿਆ ਹੈ, ਉਹਨਾਂ ਦੇ ਭਰਾ ਅੱਗੇ ਵੀ ਮੈਂ ਹੱਥ ਜੋੜੇ ਨੇ, ਉਹਨਾਂ ਦੇ ਪੰਚਾਇਤ ਅੱਗੇ ਵੀ ਹੱਥ ਮੈਂ ਜੋੜੇ ਨੇ ਵੀ ਭੁੱਲਰ ਨੂੰ ਛਡਾਇਆ ਜਾਓ। ਤੁਸੀਂ ਇਹਨੂੰ ਆਖੋ ਭਗਵੰਤ ਮਾਨ ਨੂੰ ਉਹਨੂੰ ਛਡਾਇਆ ਜਾਵੇ। ਉਹਦੇ ਪਿੰਡ ਵਾਲਿਆਂ ਨੇ ਵੀ ਹਾਮੀ ਭਰੀ, ਉਹਦੇ ਭਰਾ ਨਾਲ ਮੇਰੇ ਆਪਣੇ ਪਾਸੇ ਫੋਟੋ ਲਾਈ ਆ। ਉਹਦੇ ਭਰਾ ਨੂੰ ਮੈਂ ਮਿੰਤਰਲਾ ਕੀਤਾ ਹੈ, ਕੋਈ ਨਿਆਂ ਨਹੀਂ ਆਖਿਆ। ਮੈਂ ਹੱਥ ਜੋੜਦਾ ਰਿਹਾ ਵੀ ਭੁੱਲਰ ਨੂੰ ਛਡਾਓ। ਪਰ ਹੋ ਗਏ 6-7 ਦਿਨ। ਬਾਪੂ ਜੀ ਤੁਹਾਡੇ ਤੇ ਜਦੋਂ ਤਸ਼ੱਦਦ ਹੋਇਆ, ਪਰਿਵਾਰ ਤੇ ਤਸ਼ੱਦਦ ਹੋਇਆ, ਮਾਤਾ ਜੀ ਉਹਨਾਂ ਨੂੰ ਤੰਗ ਕੀਤਾ ਪੁਲਿਸ ਨੇ, ਉਦੋਂ ਬੇਅੰਤ ਮੁੱਖ ਮੰਤਰੀ ਦੀ ਸਰਕਾਰ ਸੀ। ਉਦੋਂ ਬਾਅਦ ਪੰਜਾਬ 'ਚ ਅਕਾਲੀਆਂ ਦਾ ਰਾਜ ਆਇਆ, ਕਾਂਗਰਸ ਦਾ ਵੀ 2 ਵਾਰੀ ਆਇਆ, ਅਕਾਲੀਆਂ ਦਾ 3 ਵਾਰੀ ਆਇਆ 25 ਸਾਲਾਂ 'ਚ। ਤਾਂ ਸਾਰਿਆਂ ਨੇ ਪਰਿਵਾਰ ਨੂੰ ਤੰਗ ਕੀਤਾ, ਬੜੇ ਹੋਰਾਂ ਵੀ ਸਿੱਖਾਂ ਨੂੰ ਤੰਗ ਕੀਤਾ। ਤਾਂ ਹੁਣ ਕੇਜਰੀਵਾਲ ਚਾਹੁੰਦਾ ਵੀ ਪੰਜਾਬ ਵਾਲੇ ਮੈਨੂੰ ਵੋਟਾਂ ਦੇਣ, ਤੇ ਉਹਦੀ ਜਿਹੜੀ ਇੱਕ ਸਾਈਨ ਨਹੀਂ ਹੋਏ ਤਾਂ ਭੁੱਲਰ ਰਿਹਾ ਨਹੀਂ ਹੋ ਰਿਹਾ। ਉਹਨੂੰ ਤੁਹਾਡਾ ਕੀ ਸੀ? ਸਾਨੂੰ ਇਹ ਸੀ ਕੇਜਰੀਵਾਲ ਆਪਣਾ ਅੰਮ੍ਰਿਤਸਰ ਭੇਜਿਆ ਸੀ ਭੁੱਲਰ ਨੂੰ, ਸਾਨੂੰ ਬੜੀ ਮਿਹਨਤ ਸੀ ਵੀ ਕੇਜਰੀਵਾਲ ਸਾਈਨ ਕਰ ਦੂ। ਪਰ ਹੁਣ ਸਾਡਾ ਮਨ ਨਾਰਾਜ਼ ਹੈ, ਕਿਵੇਂ ਵੋਟਾਂ ਸਾਰੇ ਭਰਾ ਕਿਵੇਂ ਪਾਉਂਦੇ। ਹੁਣ ਆ ਭੁੱਲਰ ਦੇ ਵਾਹ 'ਚ ਕਿੰਨੇ ਬੰਦੇ, ਕਿੰਨਾ ਇਕੱਠ ਹੋਇਆ ਭੁੱਲਰ ਦੇ ਵਾਹ 'ਚ ਹੋਇਆ ਵੀ ਇਹਨੂੰ ਛੱਡਿਆ ਜਾਵੇ, ਇਹਨੂੰ ਛੱਡਿਆ ਜਾਵੇ, ਇਹਨੂੰ ਛੱਡਿਆ ਜਾਵੇ। ਇਹਦੇ ਉੱਤੇ ਦੱਸ ਕੀ ਆ, ਜੇ ਹੁਣ ਨਹੀਂ ਇਹ ਛੱਡਦੇ ਫਿਰ ਕੱਲ੍ਹ ਨੂੰ ਕਦੋਂ ਛੱਡਣ ਦੇ, ਕੱਲ੍ਹ ਨੂੰ ਕਦੋਂ ਜੀ ਛੱਡਣ ਦੇ। ਕੱਲ ਨੂੰ ਅਸੀਂ ਅੱਜ ਨਹੀਂ ਸਾਡੀ ਗੱਲ ਸੁਣਦੇ, ਕੱਲ ਨੂੰ ਕਦੋਂ ਸੁਣਦੇ? ਬਾਪੂ ਜੀ ਕਾਨੂੰਨ ਕਹਿੰਦਾ ਵੀ ਜਿਹੜਾ ਬੰਦਾ ਕੋਈ ਕੈਦੀ ਆ, ਉਹ ਬਿਮਾਰ ਸ਼ਮਾਰ ਆ, ਉਹ ਮੈਂਟਲੀ ਤੌਰ ਤੇ ਜਾਂ ਸਰੀਰਕ ਤੌਰ ਤੇ ਉਹਨੂੰ ਛੁੱਟੀ ਮਿਲਣੀ ਚਾਹੀਦੀ ਆ। ਛੁੱਟੀ ਉਹਦੀ ਬੜੀ ਅਖਿਆਈ ਨਾਲ ਕਾਨੂੰਨ, ਅਸੀਂ ਵੀ ਵਕੀਲ ਸਾਹਿਬ ਨੂੰ ਮਿਲਦੇ ਰਹਿੰਦੇ ਆ, ਬੜਾ ਲੰਮਾ ਸਮਾਂ ਉਹਨਾਂ ਨੇ ਕੋਸ਼ਿਸ਼ਾਂ ਕਰਕੇ ਫਿਰ ਉਹਦਾ ਇਲਾਜ ਵੀ ਫਿਰ ਚੱਲਣ ਲੱਗਿਆ। ਇਲਾਜ ਖੁਣੋ ਹੀ ਹੁੰਦਾ ਮਾਨਸਿਕ ਤੌਰ ਤੇ ਜਿਹੜਾ ਇਲਾਜ ਖੁਣੋ ਜੋ ਢਿੱਲਾ ਹੋ ਗਿਆ। ਉਹਨੇ ਮੈਂ ਪੁੱਛਿਆ ਹੈ ਵੀ ਭਰਾਵਾ ਤੈਨੂੰ ਕੀ ਗੱਲ ਹੋ ਗਈ? ਮੈਂ ਮਿਲਿਆ ਹਾਂ, ਮੈਂ ਪੁੱਛਿਆ ਜਦੋਂ ਸਾਨੂੰ ਹੋ ਗਏ 2-2.5 ਸਾਲ ਮਿਲੇ ਨੂੰ। ਮੈਂ ਪੁੱਛਿਆ, ਮੈਨੂੰ ਆਦਾ ਮੈਂ ਮਹਾਰਾਜ ਦਾ ਬੜਾ ਪਾਠ ਕਰਦਾ ਸਾਂ। ਜਦੋਂ ਗੌਰਮੈਂਟ ਨੇ ਮੇਰੀ ਕੋਠੀ ਸਜ਼ਾ ਨਾ ਟੁੱਟੀ ਤੇ ਮੈਨੂੰ ਕਿਤੇ ਵਾਰ ਨਾ ਪੁੱਛੀ, ਉਦੋਂ ਮੇਰੇ ਦਿਮਾਗ 'ਚ ਫਰਕ ਪੈ ਗਿਆ। ਇਲਾਜ ਨਹੀਂ ਕੀਤਾ ਸਰਕਾਰ, ਇਲਾਜ ਨਹੀਂ ਦਾ ਕੀਤਾ। ਹੁਣ ਸਾਰੇ ਬੰਦਿਆਂ ਨੂੰ ਪਤਾ ਹੈ, ਜੇ ਦਿੱਲੀ ਵਾਲਾ ਡਾਕਟਰ ਨਾ ਭੁੱਲਰ ਨੂੰ ਰੱਖਦਾ ਇਹਨੂੰ ਫਾਇਦੇ ਦੇ ਦਿੰਦੇ। ਡਾਕਟਰ ਦਿੱਲੀ ਵਾਲੇ ਜਿੱਥੇ ਢਿੱਲਾ ਸੀ ਉਹ ਡਾਕਟਰ ਵੇਰ ਗਿਆ। ਸਾਨੂੰ ਰਾਤ ਦੇ 9 ਵਜੇ ਖਬਰ ਆਈ ਟੀਵੀ ਦੇ ਵਿੱਚ ਵੀ ਭੁੱਲਰ ਨੂੰ ਡਾਕਟਰ ਨੇ ਨਹੀਂ ਦਿੱਤਾ। ਅਸੀਂ ਫੇਰ ਸੁੱਤੇ, ਸਾਰੇ ਅਸੀਂ ਸੁੱਤੇ ਨਹੀਂ ਸਾਂ, ਅਸੀਂ ਫੇਰ ਸੁੱਤੇ। ਬਾਪੂ ਜੀ ਬਹੁਤ ਲੰਮਾ ਸਮਾਂ ਤੁਸੀਂ, ਤੁਹਾਡੇ ਇਲਾਕੇ ਦੇ ਸੱਜਣ ਵੀ ਸਾਰੇ ਪਿੰਡ ਦੇ ਵੀ ਖਲੋਤੇ ਹੋਣਗੇ ਇਸ ਇਲਾਕੇ ਦੇ ਵੀ, ਔਰ ਸਿੱਖ ਸੰਗਤ ਬੜੀ ਦੂਰੋਂ ਆਈ ਆ। ਮੈਂ ਵੀ ਚਲੋ ਮਾਈਕ ਲੈ ਕੇ ਆਇਆ 2007 ਚ ਵੀ ਬਾਪੂ ਜੀ ਮਾਤਾ ਜੀ ਉਦੋਂ ਚੜ੍ਹਦੀ ਕਲਾ ਸੀ, ਉਦੋਂ ਵੀ ਮਾਰਚ ਕੱਢਿਆ ਸੀ ਮਨੁੱਖੀ ਅਧਿਕਾਰ ਕਮਿਸ਼ਨ ਨੇ, ਬੀਬੀ ਖਾਲੜਾ ਹੋਣਾ ਨੇ, ਅਸੀਂ ਉਦੋਂ ਵੀ ਆਏ ਸੀਗੇ। 2012 ਚ ਵੀ ਮਾਰਚ ਕੱਢੇ ਗਏ, ਫਾਂਸੀ ਦੀ ਸਜ਼ਾ ਵੀ ਸੁਣਾਤੀ ਸੀ ਪ੍ਰੋਫੈਸਰ ਭੁੱਲਰ ਨੂੰ। ਪਹਿਲਾਂ ਬੜੀ ਮਿਹਨਤ ਕਰਕੇ ਸਿੱਖ ਪੰਥ ਨੇ ਫਾਂਸੀ ਦੀ ਸਜ਼ਾ ਰਕਵਾਈ ਆ। ਤਾਂ ਹਰ ਕੰਮ ਵਾਸਤੇ ਸਾਨੂੰ ਇੰਨੀਆਂ ਕੋਸ਼ਿਸ਼ਾਂ ਕਿਉਂ ਕਰਨੀਆਂ ਪੈਂਦੀਆਂ? ਪੰਜਾਬ ਤੇ ਸਾਡਾ ਆਪਦਾ ਦੇਸ਼ ਆ, ਸਾਡਾ ਆਪਦਾ
ਇਤਰਾਜ਼ ਆ ਸਰਕਾਰਾਂ ਸਾਡੀ ਗੱਲ ਕਿਉਂ ਨਹੀਂ ਸੁਣਦੀਆਂ? ਮੈਂ ਜੀ ਇੱਥੋਂ ਵੀ ਗੱਡੀਆਂ ਭਰ ਕੇ ਦਿੱਲੀ ਜਾਂਦੀਆਂ ਨੇ ਤੇ ਭੁੱਲਰ ਨੂੰ ਛੱਡੋ, ਮਾਫ ਕਰੋ। ਫਿਰ ਗਵਰਨਮੈਂਟ ਨੇ ਮਾਫ ਕੀਤਾ, ਜਦੋਂ ਡਾਕਟਰ ਵੇਖ ਗਿਆ ਦੂਜੇ ਸਾਲ ਡਾਕਟਰ ਨੇ ਮਾਫ ਕੀਤਾ ਸੀ, ਫਿਰ ਉਮਰ ਕੈਦ ਵਿੱਚ ਬਦਲੀ ਸੀ। ਹੁਣ ਮੈਂ ਕੋਈ ਬੰਦਾ ਭਰਾ ਆ ਕੇ ਜੇ ਭੁੱਲਰ ਨੇ ਕੋਈ ਮਾੜਾ ਕੰਮ ਕੀਤਾ, ਜੇ ਕੋਈ ਭੁੱਲਰ ਨੇ ਨਜਾਇਜ਼ ਕੀਤਾ, ਹੁਣ ਮੈਂ ਦੇਣਦਾਰ ਤੇ ਦੇਣਦਾਰ ਹੈ। ਅਸੀਂ ਹੁਣ ਵੀ ਆਨੇ ਆ ਵੀ ਖਰੇ ਹੁਣ ਘਰੇ ਆਜੂ ਭੁੱਲਰ ਘਰ ਅਜੇ ਵੀ ਢਿੱਲਾ ਪੂਰਾ ਕਾਇਮ ਨਹੀਂ ਦਾ, ਅਜੇ ਵੀ ਢਿੱਲਾ ਹੈ, ਅਜੇ ਵੀ ਢਿੱਲਾ ਤੇ ਗਵਰਨਮੈਂਟ ਤੇ ਜੂ ਨਹੀਂ ਸਰਕਦੀ। ਬਾਪੂ ਜੀ ਪ੍ਰੋਫੈਸਰ ਭੁੱਲਰ ਨੂੰ ਅਜੇ ਵੀ ਉਹਨਾਂ ਨੇ ਜਿਹੜਾ ਕੈਦ ਬਣਾਇਆ, ਅਜੇ ਵੀ ਦੋਸ਼ੀ ਆ, ਅਜੇ ਵੀ ਉਹਦੀ ਰਿਹਾਈ ਨਹੀਂ ਹੋ ਰਹੀ। ਤੇ ਜਿਹੜੇ ਪ੍ਰੋਫੈਸਰ ਭੁੱਲਰ ਨੂੰ ਮਾਰਨ ਵਾਲੇ ਆ, ਉਹਨੂੰ ਤੰਗ ਕਰਨ ਵਾਲੇ ਆ, ਤੁਹਾਡੇ ਪਰਿਵਾਰ ਦੇ ਕਈ ਜੀ ਸ਼ਹੀਦ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਹਨਾ, ਉਹਨਾਂ ਨੂੰ ਮਾਸੜ ਨੂੰ ਸ਼ਹੀਦ ਕਰਨ ਵਾਲੇ ਆ, ਉਹ ਜਿਹੜੇ ਅਜੇ ਵੀ ਸਿਕਿਉਰਟੀਆਂ ਦੇ ਵਿੱਚ ਨਜ਼ਾਰੇ ਲੈਂਦੇ ਫਿਰਦੇ ਸਮੇਤ ਸੈਣੀਅਰ ਜੀ। ਮੈਂ ਅਜੇ ਵੀ ਨਾ ਇੰਨੇ ਭਰਾ ਸੁਣਦੇ ਨੇ ਸੈਣੀ ਮੇਰੇ ਕੋਲੇ ਲਿਆ ਦੇ, ਮੈਂ ਅਜੇ ਸੈਣੀ ਸਿਆਸ ਕਰਨਾ ਵੀ ਇਹ ਬੰਦਾ ਸੈਣੀ ਹੈ। ਇਹਨੇ ਭੁੱਲਰ ਦੇ ਪਿਓ ਨੂੰ ਮਾਰਿਆ, ਭੁੱਲਰ ਦੇ ਪਿਓ ਤੇ ਐਡੀਆਂ ਮੁੰਗਲੀਆਂ ਫੇਰਦੇ ਰਹੇ, ਮੈਂ ਆ ਵੇਖਦਾ ਰਿਹਾ ਕੀਤਾ ਤੁਹਾਡੇ ਸਾਹਮਣੇ ਭੁੱਲਰ ਸਾਹਿਬ ਦੇ ਪਿਤਾ ਸਾਹਮਣੇ ਐਡੀਆਂ ਮੁੰਗਲੀਆਂ ਲੋਹੇ ਦੀਆਂ ਫੇਰਦੇ ਰਹੇ। ਤੇ ਅਸੀਂ ਤਿੰਨ ਜਣੇ ਅਸੀਂ ਆ, ਚੌਥਾ ਭੁੱਲਰ ਦਾ ਪਿਓ ਸੀ। ਸਾਰਿਆਂ ਨੂੰ ਕੁੱਟਦੇ ਰਹੇ ਨੇ, ਭੁੱਲਰ ਦੇ ਪਿਓ ਤੇ ਜਿਹੜੀਆਂ ਮੁੰਗਲੀਆਂ ਫੇਰਦੇ ਰਹੇ। ਮੈਂ ਹੁਣ ਗੁਰਦੁਆਰੇ ਖਲੋ ਕੇ ਬਹਿਦੇ ਨਾ ਵੀ ਭੁੱਲਰ ਦੇ ਪਿਓ ਦੇ ਵਿੱਚ ਐਡੀਆਂ ਮੁੰਗਲੀਆਂ ਫਿਰਦੇ ਨੇ, ਮੈਂ ਅੱਖੀ ਵੇਖਿਆ। ਸਮੇਤ ਸੈਣੀ ਨੂੰ ਤੁਸੀਂ ਆਪ ਵੇਖਿਆ ਤਸ਼ੱਦਦ? ਸਭ ਸੈਣੀ ਨੇ ਸਾਨੂੰ ਦਫ਼ਤਰ 'ਚ ਕਟਾਇਆ, ਆਪਦੇ ਜਿੱਥੇ ਬਹਿੰਦਾ ਸੀ ਉੱਥੇ ਪੈ ਗੱਲ ਤਾਰੀ ਮੇਰੇ ਸੱਟ ਵੱਜ ਗਈ ਸੀ, ਉਹ ਅੱਸੀ ਖੁੱਭ ਗਈ ਸੀ। ਤਦ ਵੇਖੇ ਉੱਥੇ ਕਟਾ ਕੇ ਮੁੜ ਕੇ ਜਿਹੜੇ ਕੁੱਟਣ ਵਾਲੇ ਸੀ ਉਹ ਨਹੀਂ ਕੋਈ ਗੱਲ ਪੁੱਛਦੇ, ਉਹ ਤਾਂ ਮੇਰੇ ਕੁੱਟਣ ਵਾਲੇ ਸੀ। ਆਰਡਰ ਕੌਣ ਕਰਦਾ? ਉਹ ਆਰਡਰ ਛੇਣੀ ਕਰਦਾ ਸੀ, ਛੇਣੀ ਆਂਦਾ ਫਲਾਣੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ ਸਾਨੂੰ, ਜਦੋਂ ਆਂਦਾ ਸੀ ਬਠਿੰਡੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ, ਸਾਡਾ ਬਠਿੰਡੇ ਜ਼ਿਲ੍ਹੇ ਦਾ ਬੋਲਦਾ ਸੀ, ਉਹ ਸਾਨੂੰ ਉਦੋਂ ਤੰਗ ਕਰਦਾ ਸੀ। ਫਿਰ ਇੱਥੋਂ ਤੁਹਾਨੂੰ ਮੈਂ ਦੱਸਿਆ 2-2 3-3 ਮਹੀਨੇ ਸਾਡੇ ਡੰਗਰਾਂ ਵਾਲੇ ਪੱਠੇ ਪਾਉਣ ਵਾਲਾ ਕੋਈ ਨਹੀਂ, ਸਾਰੇ ਭਰਾਵਾਂ ਨੂੰ ਪਤਾ ਦਿਆਲਪੁਰੇ ਥਾਣੇ ਅਸੀਂ ਪੜੇ ਰਹੇ ਸਾਰੇ ਜੀ, ਕੋ ਸਾਡੇ ਮਾਝੇ ਵੱਲੋਂ ਸਾਡੀ ਸਮੇਤ ਭੂਆ ਦੇ ਜਿਹੜੇ ਤਾਇਆ ਚਾਚਾ ਦੇ ਪੁੱਤ ਉਧਰੋਂ ਫੜ ਲਿਆ ਸੀ। ਅੱਛਾ, ਜਿੱਥੇ ਰਿਸ਼ਤੇਦਾਰ ਸੀ ਸਾਰੇ ਚੁੱਕ ਲਏ ਸੀ? ਸਾਰੇ ਚੁੱਕ ਲਏ, ਥਾਣੇ ਰਹੇ ਅਸੀਂ ਬੰਦੇ 16-17 ਬੰਦੇ ਇੱਥੇ ਥਾਣੇ ਰਹੇ 2-2 ਮਹੀਨੇ, 2-2 ਮਹੀਨੇ ਥਾਣੇ ਰਹੇ ਅਸੀਂ। ਬਾਪੂ ਜੀ ਉਹ ਸਮਾਂ ਬੜਾ ਔਖਾ ਟੱਪਿਆ, ਚਲੋ ਮਹਾਰਾਜ ਦੀ ਘੜੀ ਨੂੰ ਟੱਪ ਗਿਆ ਔਖਾ ਸੌਖਾ, ਪਰ ਹੁਣ ਤੇ ਉਹ ਬੰਦਾ ਬਿਲਕੁਲ ਸਜ਼ਾ ਪੂਰੀ ਕਰ ਚੁੱਕਿਆ। ਸਜ਼ਾ ਪੂਰੀ ਹੋਈ ਨੂੰ ਕਿੰਨੇ ਸਾਲ ਹੋ ਗਏ ਆ, ਤੇ ਹੁਣ ਇਹਨਾਂ ਨੂੰ ਚਾਹੀਦਾ ਵੀ ਕੇਜਰੀਵਾਲ ਸਰਕਾਰ ਆ, ਭਗਵੰਤ ਮਾਨ ਆਮ ਆਦਮੀ ਪਾਰਟੀ ਆ, ਦੇਖੋ 9 ਬੰਦੀ ਸਿੰਘ ਆ ਬਾਪੂ ਜੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ, 8 ਉਹ ਆ ਜਿਹੜੇ ਕੋਈ ਯੂਪੀ 'ਚ ਆ, ਕੋਈ ਉੱਤਰਾਖੰਡ 'ਚ ਆ, ਕੋਈ ਬਿਹਾਰ ਦੀ ਸਰਕਾਰ 'ਚ, ਕੋਈ ਰਾਜਸਥਾਨ 'ਚ, ਕੋਈ ਪੰਜਾਬ 'ਚ ਆ, 8 ਉਹ ਆ। ਪਰ ਉਹਨਾਂ ਦੀਆਂ ਸਜ਼ਾਵਾਂ ਦੀਆਂ ਕੁਝ ਜਿਹੜੀਆਂ ਫਾਈਲਾਂ ਦੇ ਪ੍ਰੋਸੈਸ ਆ, ਅਜੇ ਉਹਨਾਂ ਦੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਅਧੂਰੀ ਆ। ਪਰ ਪ੍ਰੋਫੈਸਰ ਭੁੱਲਰ ਦੀ ਪੂਰੀ ਆ, ਸਿਰਫ ਕੇਜਰੀਵਾਲ ਦੇ ਸਾਈਨ ਚਾਹੀਦੇ ਤੇ ਬੰਦਾ ਛੱਡ ਦੇਣਾ। ਜਦੋਂ ਭਗਵੰਤ ਮਾਨ ਦੇ ਪਿੰਡ ਗਏ ਆ, ਲੋਕਾਂ ਦਾ ਇਕੱਠ ਹੋ ਗਿਆ, ਉਹ ਥੋੜੇ ਡਰਦੇ ਸੀ। ਜਦੋਂ ਅਸੀਂ ਦੱਸਿਆ ਵੀ ਆਹ ਗੱਲ ਹੈ, ਉਹ ਫੇਰ ਲੋਕ ਸਹਿਮਤ ਹੋ ਗਏ। ਪਿੰਡ ਵਾਲੀ ਪੰਚਾਇਤ ਨੇ ਵੀ ਆਖਿਆ ਵੀ ਅਸੀਂ ਭਗਵੰਤ ਮਾਨ ਨੂੰ ਅੱਖਾਂ ਦੇ ਵਿੱਚ ਛੱਡੇ। ਉਹਦੇ ਭਰਾ ਨਾਲ ਮੈਂ ਅੰਦਰ ਵੜ ਕੇ ਉਹਦੀ ਮਾਤਾ ਨੂੰ, ਭਗਵੰਤ ਮਾਨ ਦੀ ਮਾਤਾ ਨੂੰ ਮੈਂ ਮਿਲਣਾ ਸੀ, ਉਹ ਮੈਨੂੰ ਮਿਲ ਨਹੀਂ ਸਕਿਆ ਦੇ ਪਾਸੇ ਗਿਆ। ਪਹਿਲਾਂ ਉਹ ਭਰਾ ਵੀ ਆਂਦੇ ਕੋਈ ਨਹੀਂ, ਮੁੜ ਕੇ ਭਰਾ ਨੇ ਦਰਵਾਜ਼ਾ ਖੋਲਤਾ ਵੀ ਜਦੋਂ ਉਹਨੂੰ ਪਤਾ ਲੱਗਾ ਵੀ ਭੁੱਲਰ ਦੇ ਬਾਹੂ 'ਚ ਆਏ ਨੇ। ਫਿਰ ਮੈਂ ਦਰਵਾਜ਼ੇ ਵਿੱਚ ਡਿਊਟੀ ਦੇ ਆਮ ਭਗਵੰਤ ਮਾਨ ਦੇ ਹੱਥ ਜੋੜੇ ਨੇ ਭਰਾ ਅੱਗੇ ਵੀ ਭੁੱਲਰ ਨੂੰ ਛੱਡਿਆ ਜਾਵੇ, ਤੁਸੀਂ ਕੇਜਰੀਵਾਲ ਤੇ ਜ਼ੋਰ ਪਾਓ, ਭੁੱਲਰ ਨੂੰ ਛੱਡਿਆ ਜਾਵੇ। ਹਾਂਜੀ, ਕੀ ਲੱਗਦਾ ਕਿਉਂ ਨਹੀਂ ਛੱਡ ਰਹੇ? ਦੇਖੋ ਪੰਜਾਬ 'ਚ ਲਗਾਤਾਰ ਸਰਕਾਰਾਂ ਰਹੀਆਂ, ਜਿਸ ਤਰ੍ਹਾਂ ਤੁਹਾਡੇ ਪਰਿਵਾਰ ਤੇ ਤਸ਼ੱਦਦ ਹੋਇਆ, ਮਾਝੇ 'ਚ ਬੜਾ ਤਸ਼ੱਦਦ ਹੋਇਆ, ਹੋਰ ਜਿਹੜੇ ਸਿੱਖਾਂ ਦੇ ਪਰਿਵਾਰਾਂ ਤੇ ਬੜਾ ਤਸ਼ੱਦਦ ਹੋਇਆ, ਤੇ ਕੇਜਰੀਵਾਲ ਤੇ ਅਜੇ ਨਵਾਂ ਆ, ਉਹ ਕਹਿੰਦਾ ਵੀ ਮੈਂ ਸਿਆਸਤ ਨਹੀਂ ਕਰਨਾ ਆ, ਮੈਂ ਬਦਲਣੀ ਆ, ਇਹ ਮਾੜੇ ਆ, ਮੈਂ ਚੰਗਾ। ਚਲੋ ਮੌਕਾ ਆਊਗਾ ਪਤਾ ਲੱਗੂਗਾ, ਜਦੋਂ ਪੰਜਾਬ 'ਚ ਆਊਗਾ ਉਹਦੀ ਕਿਸਮਤ ਆ, ਲੋਕ ਜਿਤਾ ਦੇਣ ਤੇ ਵੱਖਰੀ ਗੱਲ ਆ, ਪਰ ਹਜੇ ਉਹ ਆਇਆ ਨਹੀਂ। ਜਿਹੜਾ ਕੰਮ ਉਹਦੇ ਕਰਨ ਵਾਲਾ ਉਹ ਨਹੀਂ ਕਰ ਰਿਹਾ, ਜੇ ਆ ਗਿਆ ਤੇ ਕੀ ਬਣੂਗਾ? ਇਸੇ ਕਰਕੇ ਹੀ ਅਸੀਂ ਹੱਥ ਅਜੇ ਵੀ ਜੋੜਦੇ ਕੇਜਰੀਵਾਲ ਨੂੰ ਤੇ ਉਹਨੂੰ ਰਿਹਾ ਕੀਤਾ ਜਾਵੇ, ਕੇਸ ਵਾਪਸ ਲੈ ਲੇ। ਅਜੇ ਮੈਂ ਕੇਜਰੀਵਾਲ ਸਾਰੀ ਪੰਚਾਇਤ ਦੇ ਹੱਥ ਜੋੜਦਾ ਕਿ ਕੇਜਰੀਵਾਲ ਜਿਹੜਾ ਹੈ ਉਹ ਉਹਨੂੰ ਛੱਡ ਦੇ, ਉਹਦੇ ਦਸਤਖਤ ਕਰ ਦੇ। ਭਗਵੰਤ ਮਾਨ ਦੇ ਹੱਥ ਜੋੜਦਾ ਤੇ ਉਹਨੂੰ ਉਹਦੇ ਸਾਈਨਾਂ ਤੇ ਉਹਨਾਂ ਦੇ ਸਾਈਨ ਕਰਾਵੇ, ਉਹਨੂੰ ਲਮਕਾਵੇ ਨਾ, ਸਾਈਨ ਕਰਾਵੇ। ਹੁਣ ਬੜੀ ਉਮਰ, ਉਹ 40 ਸਾਲ ਭੁਗਤ ਚੁੱਕਾ ਹੈ, ਅਜੇ ਉਹ ਅੱਤਵਾਦ ਵਿੱਚ ਅੜਿਆ। ਹੁਣ ਤਾਂ ਉਹਨੂੰ ਆਪ ਦਾ ਨਹਾਉਣ ਧੋਣ ਦੀ ਨਹੀਂ ਸੂ। ਹਾਂਜੀ ਬਿਲਕੁਲ ਬਾਪੂ ਜੀ, ਭਗਵੰਤ ਮਾਨ ਦੀ ਮਾਤਾ ਉਹਦੇ ਵਾਸਤੇ ਨਾ ਵੋਟਾਂ ਮੰਗਦੀ, ਕਹਿੰਦੀ ਮੇਰੇ ਪੁੱਤ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਓ, ਤੇ ਭੁੱਲਰ ਦੀ ਮਾਤਾ ਆਪਦੇ ਪੁੱਤ ਦੀ ਰਿਹਾਈ ਮੰਗਦੀ ਚੱਲ ਗਈ ਦੁਨੀਆ। ਉਹ ਤਾਂ ਦੀ ਜਦੋਂ ਮੈਨੂੰ ਪਤਾ ਲੱਗਾ ਸੀ ਆਪਣਾ ਟੈਲੀਫੋਨ ਦੇ ਵਿੱਚ ਵੀ ਭਗਵੰਤ ਮਾਨ ਦੀ ਮਾਂ ਦੀ, ਤਾਂ ਦੀ ਭਗਵੰਤ ਮਾਂ ਨੂੰ ਮੈਂ ਅਰਜ਼ ਕਰਨੀ ਸੀ ਵੀ ਤੂੰ ਮਾਂ ਸੀ ਕਿਸੇ, ਉਹ ਵੀ ਤਾਂ ਭੁੱਲਰ ਦੀ ਮਾਂ, ਉਹ ਵੀ ਭੁੱਲਰ ਦੀ ਮਾਂ ਸੀ, ਤੇ ਇਹਨੂੰ ਛਡਾਇਆ ਜਾਵੇ। ਤਾਂ ਦੀ ਭੁੱਲਰ ਦੀ ਮਾਂ ਭਗਵੰਤ ਮਾਨ ਨੂੰ ਮੈਂ ਮਿਲਣਾ ਸੀ, ਮੈਨੂੰ ਮਿਲ ਨਹੀਂ ਸਕੀ। ਚੱਲ ਫੇਰ ਮਰ ਜਾਂਦੇ ਭਰਾ ਅੱਗੇ ਕਰਦਾ ਰਿਹਾ, ਹੱਥ ਜੋੜ ਕੇ ਵੀ ਸਾਰੀ ਪੰਚਾਇਤ ਅੱਗੇ ਕਰਦਾ ਰਿਹਾ, ਭਾਵੇਂ ਹੁਣ ਵੀ ਆਪ ਟੈਲੀਫੋਨਾਂ ਤੇ ਵੇਖ ਲਿਆ, ਮੈਂ ਹੱਥ ਜੋੜ ਕੇ ਕਰਦਾ ਰਿਹਾ ਵੀ ਉਹਨੂੰ ਛੱਡਿਆ ਜਾਵੇ। ਨੇ ਮੁਖਤਿਆਰ ਸਿੰਘ ਜੀ
ਜਿਹੜੇ ਭਾਈ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦਾ ਪੁੱਤ ਆ, ਬਜ਼ੁਰਗ ਹੋ ਗਏ ਆ, ਇੰਨੀ ਉਮਰ ਜਿਹੜੀ ਇਹਨਾਂ ਤੋਂ ਕੋਈ 2-4 ਸਾਲ ਘੱਟ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ, ਠੀਕ ਹੈ ਨਾ, ਹਾਂ ਥੋੜਾ ਛੋਟਾ ਆ। ਤਾਂ ਜਦੋਂ ਜੇਲ੍ਹ 'ਚ ਗਿਆ ਸੀ, GNE ਕਾਲਜ ਲੁਧਿਆਣਾ ਦਾ ਟੌਪ ਦਾ ਪ੍ਰੋਫੈਸਰ, ਬੜਾ ਇੰਟੈਲੀਜੈਂਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੋਂ ਪੜ੍ਹੇ ਹੋਏ ਵਿਦਿਆਰਥੀ ਜਿਹੜੇ ਆ ਅੱਜ A ਕਲਾਸ ਅਫਸਰ ਬਣੇ ਆ। ਪਰ ਭਾਰਤੀ ਨਿਆਂ ਪ੍ਰਣਾਲੀ ਨੇ ਝੂਠੇ ਮੁਕੱਦਮੇ ਦਰਜ ਕਰਕੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਕੀਤੀ। ਪਹਿਲੀ ਗੱਲ ਝੂਠੇ ਮੁਕੱਦਮੇ, ਦੂਜੀ ਗੱਲ ਪਾਤੇ ਮੁਕੱਦਮੇ। ਜਿਹੜੀ ਸਜ਼ਾ ਉਹਨੂੰ ਸੁਣਾਈ ਗਈ ਉਹਨੇ ਭੁਗਤ ਲਈ ਆ, ਫਿਰ ਬੰਦਾ ਕਿਉਂ ਨਹੀਂ ਛੱਡ ਰਹੇ? ਫਿਰ ਬੰਦਾ ਕਿਉਂ ਨਹੀਂ ਛੱਡ ਰਹੇ? ਅਸੀਂ ਜਿਹੜੇ ਇੱਥੇ ਹੋਰ ਲੋਕ ਹਾਜ਼ਰ ਨੇ ਉਹਨਾਂ ਦਾ ਵੀ ਜਿਹੜਾ ਪੱਖ ਲੈਣ ਚਾਹਾਂਗੇ। ਹਲੇ ਵੀ ਕਹਿੰਦੇ ਅਸੀਂ ਤਾਂ ਹਲੇ ਵੀ ਇਸ ਗੱਲ ਕਹਿੰਦੇ ਆ ਵੀ ਸਾਡੇ ਪਿੰਡ ਦਾ ਮੁੰਡਾ ਕਿਉਂ ਫੜਿਆ ਹੋਇਆ ਇਹਨਾਂ ਦਾ, ਇਹ ਵੀ ਜੋ ਸਜ਼ਾ ਪੂਰੀ ਕਰ ਚੁੱਕਾ ਗਾ, ਉਹ ਸਜ਼ਾ ਪੂਰੀ ਹੋ ਗਈ, ਹੁਣ ਤਾਂ ਛੱਡ ਦੇਣ ਉਹਨੂੰ, ਹੁਣ ਤਾਂ ਉਹਦਾ ਕੋਈ ਕਸੂਰ ਨਹੀਂਗਾ। ਦੇਖੋ ਦੁਨੀਆ ਚਲੋ ਭਾਰਤ 'ਚ ਕਾਨੂੰਨੀ ਰਾਜ ਆ, ਜੇ ਕਾਨੂੰਨ ਨਾ ਹੋਵੇ ਫਿਰ ਠੀਕ ਹੈ, ਜਿੰਦਾ ਜ਼ੋਰ ਹੋਵੇ ਕਰ ਲਿਆ ਜਿਵੇਂ ਆ ਤਾਲੀਬਾਨਾਂ ਨੇ ਕੀਤਾ। ਪਰ ਜਿੱਥੇ ਕਾਨੂੰਨ ਆ ਤੇ ਕਾਨੂੰਨ ਸਿੱਖਾਂ ਵਾਸਤੇ ਹੋਰ, ਭੁੱਲਰ ਵਾਸਤੇ ਹੋਰ, ਸੈਣੀ ਵਾਸਤੇ ਹੋਰ ਕਿਉਂ? ਹਿੰਦੂਆਂ ਵਾਸਤੇ ਹੋਰ ਆ, ਸਿੱਖਾਂ ਵਾਸਤੇ ਹੋਰ ਆ। ਸਾਡੇ ਵਾਸਤੇ ਕਾਨੂੰਨ ਨਹੀਂਗਾ ਜੀ, ਇਹ ਹਿੰਦੂਆਂ ਵਾਸਤੇ ਕਾਨੂੰਨ ਬਣਾਏ ਹੋਏ ਇਹਨਾਂ ਦੇ ਵੀ ਜੋ ਸਜ਼ਾ ਪੂਰੀ ਕਰ ਚੁੱਕਾ ਉਹਨੂੰ ਛੱਡਿਆ ਜਾਵੇ ਉਹਨੂੰ। ਬਾਕੀ ਇਹ ਕੰਮ ਸਰਕਾਰਾਂ ਹੀ ਕਰਦੇ ਹੁੰਦੀਆਂ, ਸਰਕਾਰਾਂ ਦੇ ਵੱਸ ਹੁੰਦਾ ਜੀ। ਉਹਦਾ ਦਿੱਲੀ ਦੇ ਵਿੱਚ ਰਾਜ ਹੈਗਾ, ਉਹਦੇ ਦਸਤਖਤ ਹੋਣੇ, ਉਹਦੇ ਦਸਤਖਤਾਂ ਨਾਲ ਇਹ ਕੰਮ ਹੋਣਾ। ਹੁਣ ਤਾਂ ਉਹ ਛੱਡ ਸਕਦਾ ਹੈਗਾ, ਚੱਲ ਹੋਰ ਤਾਂ ਅਸੀਂ ਮੰਨ ਲੈਂਦੇ ਵੀ ਚੱਲ ਨਹੀਂ ਉਹਦੇ ਕਾਰਨ ਜੋਗਾ, ਇਹ ਤਾਂ ਕਰ ਸਕਦਾ ਉਹ। ਹਾਂ ਦੇਖੋ ਪੰਜਾਬ 'ਚ ਕੇਜਰੀਵਾਲ ਕਹਿੰਦਾ ਮੈਨੂੰ ਪੰਜਾਬ 'ਚ ਲਿਆਓ, ਮੈਂ ਪੰਜਾਬ ਨੂੰ ਸੁਨਹਿਰਾ ਬਣਾ ਦੂੰਗਾ, ਪੰਜਾਬ 'ਚ ਅਸ਼ਾਂਤੀ ਹੈ ਇਸ ਤਰ੍ਹਾਂ ਉਸ ਤਰ੍ਹਾਂ। ਤੁਹਾਨੂੰ ਜਾਪਦਾ ਵੀ ਉਹਦਾ ਪਹਿਲਾ ਕੰਮ ਕਰਨ ਵਾਲਾ ਵੀ ਪਹਿਲਾਂ ਪੰਜਾਬ ਦਾ ਪੁੱਤ ਜਿਹੜਾ ਜੇਲ੍ਹਾਂ 'ਚ ਬੈਠਾ ਉਹਨੂੰ ਬਾਹਰ, ਜਿਹੜਾ ਕੰਮ ਹੈ ਵੀ ਇਹ ਕੰਮ ਜਿਹੜੇ ਸਿੱਖ ਪ੍ਰਣਾਲੀ ਦਾ ਅਧੀਨ ਸਾਰੇ ਕੰਮ ਇਹ ਹੈਗਾ ਵੀ ਇਹ ਕੰਮ ਕਰਦੇ ਨਾ, ਉਹਨੂੰ ਵੋਟਾਂ ਲੋਕ ਆਪ ਹੀ ਪਾ ਦੇਣਗੇ, ਸਿੱਖ ਆਪ ਹੀ ਪਾ ਦੇਣਗੇ ਉਹਨੂੰ। ਦੇਖੋ ਭਾਈ ਜੀ ਪੰਜਾਬ 'ਚ ਬਹੁਤ ਗਿਣਤੀ ਸਿੱਖ ਵੋਟ ਆ, ਸਿੱਖ ਵੰਡੇ ਹੋਏ ਆ, ਸਿੱਖ ਕੋਈ ਡੇਰੇ 'ਚ ਵੰਡਿਆ, ਕੋਈ ਕਿਵੇਂ ਆ, ਪਰ ਇਹ ਤਾਂ ਇੱਕ ਕਾਨੂੰਨੀ ਪ੍ਰਕਿਰਿਆ ਆ ਨਾ। ਉਹਦੇ ਕੋਲ ਟੇਬਲ ਤੇ ਫਾਈਲ ਆ, 4 ਵਾਰੀ ਉਹਨਾਂ ਨੇ ਰਿਜੈਕਟ ਕੀਤੀ ਆ, ਜਿਹੜਾ ਬੋਰਡ ਬਣਾਇਆ ਉਹਨਾਂ ਨੇ 4 ਵਾਰ ਰਿਜੈਕਟ ਕੀਤੀ ਜਾਂਦੀ ਜਿਹੜੀ ਰਿਹਾਈ ਆ। ਤਾਂ ਰਿਹਾਈ ਪਿੱਛੇ ਕੀ ਮਨਸ਼ਾ ਹੋ ਸਕਦੀ, ਕਿਉਂ ਨਹੀਂ ਛੱਡ ਰਿਹਾ? ਸਾਡੇ ਉਵੇਂ ਨਹੀਂ ਰਹਿ ਗਏ ਵੀ ਕਦੇ ਮੋੜ ਕੇ ਖਾੜਕੂ ਕਿਤੇ ਵਧੀਆ ਨਾ ਫੇਰ ਸ਼ੁਰੂ ਕਰ ਲੈਣ ਕਿਤੇ। ਮਾਨਸਿਕਤਾ ਤੇ ਦਵਾਈ ਚੱਲਦੀ ਹੈ, ਕੀ ਖਾੜਕੂ ਬਸ ਇਸ ਗੱਲੋਂ ਡਰਦੇ ਹੈਗੇ। ਦੋ ਸਿੱਖਾਂ ਦੀ ਇਹਦੀ ਇੱਕ ਮਿੰਟ ਦੂਜੇ ਦਾ ਤਾਂ ਨਾਂ ਭੁੱਲ ਗਿਆ ਕਿ ਦੋਨਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਇਹਨਾਂ ਦੀ, ਦੋਨਾਂ ਨੂੰ ਛੱਡ ਰਹੇ। ਉਹ ਯੂਪੀ ਜੇਲ੍ਹ 'ਚ ਹੈਗਾ ਮੁੰਡਾ ਉਹ ਦੂਜਾ। ਹਾਂਜੀ ਸਰਕਾਰ ਵਿਤਕਰਾ ਕਰਦੀ ਹੈ, ਸਿੱਖਾਂ ਨੂੰ ਕਾਨੂੰਨ ਹੋਰ ਤੇ ਮਤਲਬ ਵੀ ਹਿੰਦੂਆਂ ਨੂੰ ਹੋਰ। ਕੋਈ ਤੁਹਾਡੀ ਕਿੰਨੀ ਉਮਰ? ਮੇਰੀ 74 ਸਾਲ ਦੀ ਉਮਰ ਹੈ ਜੀ। ਪੂਰੀ 74 ਸਾਲ ਉਮਰ ਹੋ ਗਈ ਆ। ਇਹ ਮੁਲਕ ਦੇ ਵਿੱਚ ਕਾਨੂੰਨ ਜਿਹੜਾ ਆ ਉਹ ਇੱਕ ਨਾ ਪੱਟੀ ਐ ਬੰਨੀ ਹੁੰਦੀ ਆ, ਉਹ ਕਹਿੰਦੇ ਵੀ ਇਹ ਕਾਨੂੰਨ ਸਾਰਿਆਂ ਨੂੰ ਇੱਕ ਅੱਖ ਨਾਲ ਵੇਂਦਾ। ਤੁਹਾਨੂੰ ਜਾਪਦਾ ਵੀ ਭਾਰਤੀ ਕਾਨੂੰਨ ਸਾਰਿਆਂ ਨੂੰ ਇੱਕ ਅੱਖ ਨਾਲ ਵੇਂਦਾ? ਜੀ ਨਹੀਂ, ਇੱਕ ਅੱਖ ਨਾਲ ਨਹੀਂ ਵੇਂਦਾ। ਸਾਡੇ ਵਾਸਤੇ ਤਾਂ ਅੱਖਾਂ ਹੀ ਮੀਚ ਲਈਆਂ ਉਹਨਾਂ ਨੇ, ਸਾਡੇ ਵਾਸਤੇ ਸਿੱਖਾਂ ਵਾਸਤੇ ਅੱਖਾਂ ਹੀ ਮੀਚ ਲਈਆਂ ਕੇਂਦਰ ਨੇ। ਵਿਤਕਰਾ ਕਰਦਾ ਇਹ ਬਜ਼ੁਰਗਾਂ ਨੂੰ ਜੇ ਛੱਡਣ ਪਤਾ ਨਹੀਂ ਵੀ ਇਹ ਕੀ ਕਰ ਦੇਣਗੇ, ਕੀ ਕਰਨਗੇ। ਮੰਜੇ ਤੋਂ ਤਾਂ ਉਹ ਤਾਂ ਉੱਠਿਆ ਨਹੀਂ ਜਾਂਦਾ, ਬੁੱਧੀ ਉਹਦੀ ਕਾਇਮ ਨਹੀਂ ਹੈ। ਹੁਣ ਤਾਂ ਉਹਨੂੰ ਛੱਡਣਾ ਚਾਹੀਦਾ। ਜੇ ਕੇਜਰੀਵਾਲ ਦਸਤਖਤ ਕਰ ਦੇਵੇ ਤਾਂ ਅਸੀਂ ਸਾਰੇ ਵੋਟਾਂ ਪਾਵਾਂਗੇ, ਨਹੀਂ ਕੋਈ ਵੋਟ ਨਹੀਂ ਪਾਉਣੀ। ਬਾਬਾ ਜੀ ਕੇਜਰੀਵਾਲ ਸਾਈਨ ਕਿਉਂ ਨਹੀਂ ਕਰਦਾ? ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਕੀ ਹੋ ਸਕਦੀ? ਇਹ ਹੋਰ ਪੱਖੋਂ ਡਰਦਾ ਜੀ। ਮੇਰੀਆਂ ਬੋਰਾਂ ਹੋਰ ਪਾਸੇ ਨਾ ਟੁੱਟ ਜਾਣ। ਜਿਹੜੇ ਉਹਦੇ ਵਿਰੋਧੀ ਆ, ਝੂਠੇ ਵਿਰੋਧੀ, ਝੂਠੇ ਦੋਸ਼ ਲਾਏ ਹੋਏ ਆ, ਉਹਨਾਂ ਤੋਂ ਡਰਦਾ ਇਹ ਵੋਟਾਂ ਘਟ ਜਾਣਗੀਆਂ। ਪਰ ਉਹਨਾਂ ਨੂੰ ਵੀ ਪਤਾ ਵੀ ਬਜ਼ੁਰਗ ਹੋ ਚੁੱਕੇ, ਵੋਟਾਂ ਕੋਈ ਨਹੀਂ ਕਰਦਾ ਜੀ। ਫਿਰ ਫਰਕ ਕਿੰਨਾ ਕਿਆ? ਦੇਖੋ ਗੱਲ ਸੁਣੋ, ਇਹਨਾਂ ਤੇ ਤਸ਼ੱਦਦ ਹੋਇਆ ਉਦੋਂ ਬੇਅੰਤ ਮੁੱਖ ਮੰਤਰੀ ਦੀ ਸਰਕਾਰ ਸੀ। ਅਕਾਲੀ ਸਰਕਾਰ ਸਮੇਂ ਵੀ ਬੜੇ ਮੁੰਡਿਆਂ ਦੇ ਝੂਠੇ ਪਰਚੇ ਹੋਏ, ਤਸ਼ੱਦਦ ਹੋਇਆ। ਸੈਣੀ ਦੀ ਜਿਹੜੀ ਪੁਸ਼ਤ ਪਨਾਹੀ ਅਕਾਲੀਆਂ ਨੇ ਕੀਤੀ ਆ। ਅਕਾਲੀਆਂ ਨੇ ਉਹ ਸੁਮੇਧ ਸੈਣੀ ਜਿਹਨੇ ਪ੍ਰੋਫੈਸਰ ਭੁੱਲਰ ਦੇ ਪਿਤਾ ਨੂੰ ਸ਼ਹੀਦ ਕੀਤਾ, ਮਾਸੜ ਨੂੰ ਕੀਤਾ, ਉਹਨੂੰ ਉਹਨਾਂ ਨੇ DGP ਲਾਤਾ। ਸਾਰੇ ਲੀਡਰ ਜੀ ਇਹਦੇ ਕੇਂਦਰ ਦੇ ਥੱਲੇ ਆ, ਸਾਰੇ ਉਹਨਾਂ ਦੀ ਛਤਰ ਛਾਇਆ ਥੱਲੇ ਚੱਲਦੇ ਆ। ਜਿਵੇਂ ਉਹ ਇਸ਼ਾਰਾ ਕਰਦੇ ਉਵੇਂ ਕਰਦੇ ਆ। ਕੋਈ ਵੀ ਮੁੱਖ ਮੰਤਰੀ ਆ ਗਏ ਉਹਨਾਂ ਦੇ ਅਧੀਨ ਹੈ ਉਹ। ਸਿੱਖਾਂ ਵਾਸਤੇ ਮਤਲਬ ਕੋਈ ਚੰਗਾ ਨਹੀਂ ਕਰ ਰਹੇ। ਬਾਪੂ ਜੀ ਜਦੋਂ ਪੰਜਾਬ ਬਣਿਆ ਪੰਜਾਬ ਤਾਂ ਬਣਿਆ ਵੀ ਸਿੱਖਾਂ ਦੀ ਬਹੁਤ ਗਿਣਤੀ ਆ, ਸਿੱਖਾਂ ਦੀ ਜਿਹੜੀ ਵੋਟ ਆ, ਸਿੱਖ ਆਪਦਾ ਇੱਕ ਸੂਬਾ ਬਣਾ ਲੈਣ, ਆਪਦਾ ਰਾਜ ਲੈ ਲੈਣ ਛੋਟਾ ਜਿਹਾ, ਉੱਥੇ ਬਹਿ ਕੇ ਆਪਦੀ ਸੋਹਣੀ ਜ਼ਿੰਦਗੀ ਬਤੀਤ ਕਰਨ। ਪਰ ਪੰਜਾਬ 'ਚ ਵੀ ਸਿੱਖਾਂ ਦੀ ਗੱਲ ਨਹੀਂ। ਸਿੱਖ ਤਾਂ ਗੁਲਾਮ ਆ ਜੀ। ਹੁਣ ਵੀ ਇਹ ਯਾਦ ਹੋ ਗਏ, ਆਜ਼ਾਦੀ ਮਤਲਬ ਸਿੱਖਾਂ ਨੇ ਲਿਆਂਦੀ, ਕੁਰਬਾਨੀਆਂ ਵੱਧ ਇਹਨਾਂ ਨੇ 80% ਕੀਤੀਆਂ ਤੇ ਇਹ ਸਾਨੂੰ ਗੁਲਾਮ ਬਣਾ ਕੇ ਬਹਿ ਗਏ। ਉਹ ਤਾਂ ਨਹੀਂ ਰਿਹਾ ਕੀਤੇ ਜਾ ਰਹੇ। ਹਾਂਜੀ ਦੇਖੋ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਹੈਗਾ ਭਾਈ ਭੁੱਲਰ ਦੀ ਰਿਹਾਈ ਦੇ ਮਤੇ ਨੂੰ ਠੁਕਰਾਉਣ ਵਾਲੇ ਮਨੁੱਖੀ ਅਧਿਕਾਰਾਂ ਦਾ ਕਾਤਲ ਕੇਜਰੀਵਾਲ ਮੁਰਦਾਬਾਦ। ਠੀਕ ਹੈ ਜੀ, ਜੇ ਹੁਣ ਵੀ ਦਸਤ ਕਰਦੇ, ਰਿਹਾ ਕਰਵਾ ਦੇ ਤੇ ਸਾਰਾ ਇਲਾਕਾ ਉਹਨਾਂ ਦਾ ਧੰਨਵਾਦੀ ਹੋਊਗਾ। ਤੇ ਨਹੀਂ ਕੋਈ ਵੋਟ ਨਹੀਂ ਪਾਉਣੀ। ਘਰ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਵੀ ਕੋਈ ਵੋਟ ਨਾ ਪਾਓ, ਵੀ ਉਹਨਾਂ ਵਰਗਾ ਹੀ ਹੈ ਵੀ। ਜੇ ਚੰਗਾ ਬਣਨਾ ਬਣ ਸਕਦਾ ਹੁਣ। ਹਾਂਜੀ ਚੰਗਾ ਬਣਨਾ। ਇੱਥੇ ਇਸ ਇਲਾਕੇ ਦੇ ਕੁਛ ਬਾਬਾ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ। ਮੁਖਤਿਆਰ ਸਿੰਘ ਜੀ, ਤੁਸੀਂ ਕੀ ਸੋਚਦੇ ਹੋ ਵੀ ਪ੍ਰੋਫੈਸਰ ਭੁੱਲਰ ਦੀ ਰਿਹਾਈ? ਦੇਖੋ ਕੇਸ ਦਰਜ ਹੋਇਆ, ਝੂਠਾ ਹੋਇਆ, ਸੱਚਾ ਹੋਇਆ। ਕੌਮ ਦਾ ਉਹ ਨੌਜਵਾਨ ਹੀਰਾ ਸੀ, ਜੇਲ੍ਹਾਂ 'ਚ ਰੁਲ ਕੇ ਉਹਦੀ ਜਿਹੜੀ ਜ਼ਿੰਦਗੀ ਖਰਾਬ ਹੋ ਗਈ ਆ। ਸਜ਼ਾ ਉਹਨੇ ਭੁਗਤ ਲਈ ਆ, ਉਹਨੂੰ ਰਿਹਾ ਕਰ ਦੇਣਾ ਚਾਹੀਦਾ। ਉਹਨੂੰ ਰਿਹਾ ਕਰ ਦੇਣਾ ਚਾਹੀਦਾ ਜੀ। ਕੋਈ ਉਹਦੇ ਵਾਸਤੇ ਕਾਨੂੰਨ ਇਹੋ ਜਿਹਾ ਹੈ ਨਹੀਂ ਵੀ ਉਹ ਜੇਲ੍ਹ 'ਚ ਰਵੇ। ਉਸ ਨੂੰ ਆਪਣੇ ਘਰੇ ਆਉਣਾ ਚਾਹੀਦਾ। ਉਹਦੀ 30
ਤੋਂ 34 ਸਾਲ ਤੱਕ ਉਸ ਦੀ ਸਜ਼ਾ ਭੁਗਤੀ ਗਈ। ਪਰ ਕੇਜਰੀਵਾਲ ਉਹਦੀ ਰਿਹਾਈ ਦੇ ਵਿੱਚ ਅੜਿੱਕਾ ਬਣ ਰਿਹਾ। ਟਿੱਕਾ ਬਣ ਰਿਹਾ, ਫਿਰ ਆਪੇ ਉਹ ਭੁਗਤੂਗਾ। ਕੇਜਰੀਵਾਲ ਬੈਠਾ ਰਹੂ ਘਰੇ, ਵੋਟਾਂ ਕਿਸੇ ਲੋਕਾਂ ਨੇ ਪਾਉਣੀਆਂ ਨੇ। ਸਾਹਿਬ ਉਦੋਂ ਉਮੀਦਵਾਰ ਬਲਜਿੰਦਰ ਕੌਰ ਉਹਨੇ ਕਿਹਾ ਵੀ ਅਸੀਂ ਹਿੰਦੂਆਂ ਦੀ ਵੋਟ ਤੋੜਨੀ ਹੈ ਕਿ ਜਿਹਨੂੰ ਰਿਹਾ ਕਰਤਾ ਤਾਂ ਇਹ ਤਾਂ ਨਹੀਂ ਰਿਹਾ ਕਰ ਰਹੇ ਉਹਨੂੰ। ਵੀ ਇਹ ਹਿੰਦੂਆਂ ਦਾ ਵੋਟ ਕਹਿੰਦੇ, ਸਿੱਖਾਂ ਦਾ ਵੋਟ ਹੀ ਨਹੀਂ ਕਹਿੰਦੇ। ਸਿੱਖਾਂ ਦੀ ਵੋਟ ਹੀ ਨਹੀਂ ਸਿੱਖਾਂ ਦਾ ਵੋਟ ਹੀ ਨਹੀਂ ਕਹਿੰਦੇ। ਆਪਦੇ ਸਿੱਖਾਂ ਦੇ ਪੁੱਤਾਂ ਨੂੰ ਕੀੜਿਆਂ ਮਕੌੜਿਆਂ ਵਾਂਗੂ ਮਰਨ ਵਾਸਤੇ ਛੱਡਿਆ ਆਖੀ ਬੈਠੇ। ਹਾਂ ਜੀ, ਇਹ ਸਿੱਖਾਂ ਨੂੰ ਵੋਟ ਜਿਹੜੀ ਵੋਟ ਤਾਂ ਹੈ ਇਹਨੂੰ ਵੀ ਇਹਨੂੰ ਸਾਡੀ ਹਿੰਦੂਆਂ ਵਾਲੀ ਵੋਟ ਟੁੱਟ ਜੂਗੀ ਸਾਡੀ, ਤਾਂ ਨਹੀਂ ਛੱਡ ਰਹੇ ਉਹਨਾਂ ਨੂੰ ਜੀ ਇਹ। ਕੇਜਰੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਆ ਉਹ ਸਿੱਧੀ ਅਰਵਿੰਦ ਕੇਜਰੀਵਾਲ ਦੇ ਇੱਕ ਸਾਈਨ ਦੇ ਉੱਤੇ ਅੜੀ ਹੋਈ ਆ। ਬੇਸ਼ੱਕ ਵਾਰ-ਵਾਰ ਅਸੀਂ ਇਹ ਗੱਲ KTV ਦੇ ਮਾਧਿਅਮ ਤੋਂ ਵੀ ਕਹਿੰਦੇ ਆ, ਇਹ ਲੋਕ ਵੀ ਕਹਿੰਦੇ ਆ, ਬਾਕੀ ਸਿਆਸੀ ਪਾਰਟੀਆਂ ਨੇ ਵੀ ਸਿੱਖਾਂ ਤੇ ਤਸ਼ੱਦਦ ਕੀਤਾ, ਸਿੱਖਾਂ ਦੇ ਪੁੱਤਾਂ ਦੇ ਝੂਠੇ ਜਿਹੜੇ ਪਰਚੇ ਹੈਗੇ ਦਰਜ ਕੀਤੇ ਆ। ਇਹ ਨਹੀਂ ਹੈ ਵੀ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਉਹ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਸਤੇ ਅੜਿੱਕਾ ਬਣੀ ਤੇ ਬਾਕੀ ਦੁੱਧ ਧੋਤੇ ਨੇ। ਔਰ ਇਹ ਇਕੱਠ ਕਿਸੇ ਹੋਰ ਸਿਆਸੀ ਪਾਰਟੀ ਨੂੰ ਫਾਇਦਾ ਦੇਣ ਵਾਸਤੇ ਨਹੀਂ ਹੈ, ਔਰ ਨਾ ਹੀ ਕਿਸੇ ਹੋਰ ਸਿਆਸੀ ਪਾਰਟੀ ਦੇ ਇਹ ਭਗਤ ਨੇ ਜਾਂ ਸਮਰਥਕ ਨੇ। ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪਿਆਰ ਕਰਨ ਵਾਲੇ ਲੋਕ ਨੇ। ਇਹ ਚਾਹੁੰਦੇ ਆ ਬਾਕੀ ਸਿੰਘਾਂ ਦੀ ਵੀ ਰਿਹਾਈ ਹੋਵੇ, ਪਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਜਿਹੜੀ ਸਿੱਧੇ ਤੌਰ ਤੇ ਕੇਜਰੀਵਾਲ ਦੇ ਇੱਕ ਸਾਈਨ ਦੇ ਨਾਲ ਹੋ ਜਾਣੀ ਹੈ, ਉਹ ਪਹਿਲਾਂ ਹੋ ਜਾਣੀ ਚਾਹੀਦੀ ਆ। ਤਾਂ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਕਿੱਥੋਂ ਆਏ ਹੋ ਜੀ? ਮੈਂ ਇੱਥੇ ਲੋਕਲ ਹੀ ਹਾਂ ਜੀ। ਲੋਕ ਤੁਹਾਡਾ ਇਹੀ ਇਲਾਕਾ? ਇਹੀ ਇਲਾਕਾ ਜੀ। ਤਾਂ ਕਿੰਨਾ ਸਮਾਂ ਹੋ ਗਿਆ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਸਤੇ? ਇਹ ਇਲਾਕਾ ਵੀ ਕੋਸ਼ਿਸ਼ਾਂ ਕਰਦਾ, ਸਿੱਖ ਕੋਸ਼ਿਸ਼ਾਂ ਕਰਦੇ ਨੇ, ਤਾਂ ਇੱਕ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ? ਰਿਹਾਈ ਜੇ ਗੱਲ ਇਹ ਹੈ ਜੀ, ਸਾਡੇ ਨਾਲ ਭਾਰਤ ਸਰਕਾਰ ਸਿੱਖਾਂ ਨਾਲ 75 ਸਾਲ ਹੋ ਗਏ ਧੱਕਾ ਕਰਦੀ ਹੈ। ਘੱਟ ਗਿਣਤੀਆਂ ਵਾਸਤੇ ਕਾਨੂੰਨ ਹੋਰ ਹੈ, ਸਾਡੇ ਵਾਸਤੇ ਹੋਰ ਹੈ। ਇਹੀ ਸੇਮ ਕੇਸ ਕਿਸੇ ਹੋਰ ਵੱਧ ਗਿਣਤੀ ਦੇ ਹੁੰਦਾ ਤਾਂ ਉਹਨੂੰ ਕਦੋਂ ਦਾ ਰਿਹਾ ਕਰ ਦੇਣਾ ਸੀ। ਸਾਡੇ ਨਾਲ ਇਹ ਭਾਰਤ ਸਰਕਾਰ ਧੱਕਾ ਕਰਦੀ ਹੈ, ਸਾਡੀ ਸਿੱਖੀ ਦੀ ਹੋਂਦ ਨੂੰ ਮਟਾਉਣਾ ਚਾਹੁੰਦੀ ਹੈ। ਬਸ ਇਹੀ ਕਰਨਾ ਜੀ। ਅਸੀਂ ਤਾਂ ਇਹੀ ਕਹਿੰਦੇ ਆ ਵੀ ਕੇਜਰੀਵਾਲ, ਜੇ ਤੂੰ ਕਹਿੰਦਾ ਮੈਂ ਪੰਜਾਬ ਦਾ ਰਾਖਾ, ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਤਾਂ ਸਾਡੇ ਭੁੱਲਰ ਸਾਹਿਬ ਦੀ ਰਿਹਾਈ ਕਰਵਾ ਦੇ। ਪਹਿਲੀ ਸੇਵਾ ਤਾਂ ਇਹ ਵੀ ਸਾਡਾ ਪੁੱਤ ਛੱਡ ਦਿਓ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੀ ਇਹੀ ਗੱਲ ਕਹਿਣੀ ਚਾਹੁੰਦੇ ਹਾਂ ਜੀ, ਜਿਹੜੇ ਸਜ਼ਾ ਭੋਗ ਚੁੱਕੇ ਆਪਦੀ, ਉਹਨਾਂ ਨੂੰ ਆਪਦੇ ਘਰੇ ਛੱਡਣ। ਕਾਨੂੰਨੀ ਰਾਜ ਆ, ਜਿੰਨੀ ਸਜ਼ਾ ਹੋਈ ਸੀ ਉਹ ਪੂਰੀ ਕਰ ਲਈ, ਉਹ ਤੋਂ ਵੀ ਵੱਧ ਕਰਤੀ ਜੀ ਉਹਨਾਂ ਨੇ ਤਾਂ। ਕਰ ਲਈ ਆ। ਹੁਣ ਤਾਂ ਉਹ ਵੀ ਵਿਚਾਰੇ ਆਪਦਾ ਉੱਠਣ ਜੋਗੇ ਹੀ ਮਸਾਂ ਹੈ, ਹੁਣ ਉਹ ਕੀ ਕਰ ਦੇਣਗੇ ਇਹਨਾਂ ਨੂੰ? ਨਹੀਂ ਜੀ, ਸਾਡੇ ਨਾਲ ਵਿਤਕਰਾ ਹੀ ਰੱਖਦੇ ਆ ਇਹ। ਵਿਤਕਰਾ ਜੀ ਇਹ। ਸਿਆਸੀ ਪਾਰਟੀਆਂ ਵੀ ਵਿਤਕਰਾ ਕਰਦੀਆਂ ਨੇ। ਤਾਂ ਇੱਕ ਨਾ ਉਮੀਦ ਜਿੱਦਾਂ ਪੰਜਾਬ ਦੇ ਲੋਕਾਂ ਨੂੰ ਜਾਗੀ ਸੀ 2017 ਚ, ਲੋਕਾਂ ਨੇ ਬਹੁਤ ਮਨਾਮੋਈ ਪੈਸਾ ਵੀ ਦਿੱਤਾ, ਪਿਆਰ ਵੀ ਦਿੱਤਾ ਆਮ ਆਦਮੀ ਪਾਰਟੀ ਨੂੰ। ਤਾਂ ਇਹ ਜਿਹੜਾ ਉਹਨਾਂ ਦੇ ਨਕਸ਼ੇ ਕਦਮਾਂ ਤੋਂ ਛੱਡ ਕੇ ਉਹਨਾਂ ਤੋਂ ਵੀ 4 ਰੱਤੀਆਂ ਵੱਧ ਹੋ ਗਏ ਮੈਨੂੰ ਜਾਪਦਾ। ਨਾ ਜੀ, ਉਹਨਾਂ ਤੋਂ ਵੱਧ ਆ ਇਹ। ਇੱਕ ਸਾਈਨ ਕਰਨ ਦੀ ਖਾਤਰ ਹੀ ਅੜਿਆ ਬੈਠਾ ਵੀ ਮੇਰੀ ਵੋਟ ਨਾ ਖਰਾਬ ਹੋ ਜੇ, ਜਾਣੀ ਸਾਨੂੰ ਵੋਟ ਨਹੀਂ ਹੈ ਇਹਨਾਂ 'ਚ ਤਾਂ ਦੂਜਿਆਂ 'ਚ ਕੋਈ ਨਾ ਜੀ। ਇੱਕੋ ਹੀ ਸਾਰੇ ਆ ਜੀ, ਇੱਕੋ ਹੀ ਹੈ। ਇੱਕੋ ਹੀ ਹੈ। ਵਾਰੀ ਸਾਰੇ ਇੱਕੋ ਹੀ ਹੈ। ਬਾਦਲ ਵੀ ਉਹੀ ਹੈ, ਕੈਪਟਨ ਵੀ ਉਹੀ ਹੈ, ਕਾਂਗਰਸ ਅਕਾਲੀ ਸਭ ਇੱਕ ਹੀ ਹੈ ਜੀ ਸਾਰੇ ਨਾ। ਕਾਲੀਆਂ ਦੀ ਸਰਕਾਰ ਆ ਗਈ, ਕਾਂਗਰਸ ਦੀ ਆ ਗਈ, ਤੇ ਉਦੋਂ ਕਿਹੜੇ ਇਹਨਾਂ ਨੇ ਜੀ ਛੱਡਤੇ? ਉਹ ਉਦੋਂ ਵੀ ਹੋਇਆ ਸਿੱਖਾਂ ਦੇ ਤਸ਼ੱਦਦ, ਉਹਨਾਂ ਦੀ ਸਰਕਾਰ 'ਚ ਵੀ ਹੋਇਆ। ਹਾਂਜੀ, ਵੇਖੋ ਉਦੋਂ ਪੁਲਿਸ ਮੁਕਾਬਲੇ ਹੁੰਦੇ ਨਹੀਂ ਸੀ ਉਹਨਾਂ ਦੇ। ਬਿਲਕੁਲ। ਹੁਣ ਜੇ ਆਪਾਂ ਕੇਜਰੀਵਾਲ ਨੂੰ ਕਹੀਏ ਵੀ ਕੇਜਰੀਵਾਲ ਆਏ ਆ, ਤੇ ਇਹ ਹੁਣ ਕਹਿੰਦੇ ਵੀ ਆਏ ਆ, ਸਾਰੇ ਇੱਕੋ ਹੀ ਹੈ ਜੀ ਸਾਰੇ। ਕੋਈ ਭਲਾ ਮਾਨਸ ਨਹੀਂ ਨਾ। ਸਾਡੇ ਵਾਸਤੇ ਤਾਂ ਸਾਰੇ ਹੀ, ਸਾਡੇ ਵਾਸਤੇ ਤਾਂ ਸਾਰੇ ਹੀ ਮਾੜੇ ਆ ਜੀ। ਸਾਰੇ ਮਾੜੇ। ਹਾਂਜੀ, ਤੁਹਾਡਾ ਕੀ ਨਾਮ ਬਾਪੂ ਜੀ? ਜੋਗਿੰਦਰ ਸਿੰਘ ਜੀ। ਬਾਪੂ ਜੀ, ਜਿੱਦਾਂ ਉਹਨਾਂ ਨੇ ਕਿਹਾ ਵੀ ਕਾਲੀਆਂ ਦੇ ਰਾਜ 'ਚ ਵੀ ਝੂਠੇ ਪੁਲਿਸ ਮੁਕਾਬਲੇ ਹੋਏ, ਕੋਈ ਦੋ ਰਾਏ ਨਹੀਂ ਹੋਏ ਆ। ਬੇਅੰਤ ਮੁੱਖ ਮੰਤਰੀ ਨੇ ਤਾਂ ਪੰਜਾਬ ਦਾ ਘਾਣ ਕੀਤਾ, 2 ਲੱਖ ਸਾਡਾ ਮੁੰਡਾ ਮਾਰਤਾ ਆ। ਤਾਂ ਕੇਜਰੀਵਾਲ ਇਹ ਦਾਅਵਾ ਕਰਦਾ ਸੀ ਵੀ ਮੈਂ ਇਹਨਾਂ ਨਾਲੋਂ ਵੱਖਰਾ, ਮੈਂ ਰਾਜਨੀਤੀ ਨਹੀਂ ਕਰਨ ਆਇਆ, ਮੈਂ ਬਦਲਣ ਆਇਆ। ਪੰਜਾਬ ਦੇ ਲੋਕਾਂ ਨੇ ਕਿੰਨਾ ਪਿਆਰ ਦਿੱਤਾ 2017 ਦੇ ਵਿੱਚ, ਐਤਕੀ ਵੀ ਚਲੋ ਦੇਣਗੇ, ਨਤੀਜਾ ਦੱਸੂਗਾ। ਪਰ ਉਹ ਪ੍ਰੋਫੈਸਰ ਭੁੱਲਰ ਦੀ ਰਿਹਾਈ ਨਹੀਂ ਕਰ ਰਿਹਾ। ਤੇ ਪੰਜਾਬ 'ਚੋਂ ਹੋਰ ਕਿਉਂ ਨਹੀਂ ਜਿਆਦਾ MLA ਬਣਦੇ? ਇਸੇ ਕਰਕੇ ਵੀ ਗਵਰਨਮੈਂਟ ਨਾ ਬਣ ਜੇ ਇਹਨਾਂ ਦੀ। ਦਿੱਲੀ 'ਚ ਸੰਧੀ ਹੋਈ ਵੀ ਇਹਨਾਂ ਦੀ ਵੀ ਤੂੰ ਮੁੱਖ ਮੰਤਰੀ ਰਹਿ, ਦਿੱਲੀ 'ਚ ਪਾਸੇ ਕੋਈ ਹਿੱਸਾ ਲੈ ਤੂੰ ਮੋਦੀ ਨਾਲ। ਅੱਛਾ ਜੀ। ਬਸ ਅਸੀਂ ਤੇ ਇਹਨਾਂ ਵੀ ਕੇਜਰੀਵਾਲ ਦੀ ਮੋਦੀ ਨਾਲ ਸੰਧੀ ਹੋਈ ਵੀ ਹੈ। ਹਾਂ, ਸੰਧੀ ਹੋਈ ਵੀ, ਸਿੱਖਾਂ ਦਾ ਬਦਲਾ ਲੈਣਾ ਰਲ ਕੇ ਇਹਨਾਂ ਨੇ। ਤਾਂ ਨਹੀਂ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਕੀਤੀ ਜਾ ਰਹੀ? ਹਾਂਜੀ ਹਾਂਜੀ ਜੀ। ਤਾਂ ਇਹ ਵੀ ਨਾਲ ਹੈ ਜਿਹੜਾ ਲੋਕਾਂ ਦਾ ਖਦਸ਼ਾ ਵੀ ਜਿਹੜੀ ਰਾਹ ਦੇ ਉੱਤੇ ਭਾਰਤੀ ਜਨਤਾ ਪਾਰਟੀ ਸੰਘੀ ਕੈਪਟਨ ਅਕਾਲੀ ਦਲ ਤੁਰਦਾ ਰਿਹਾ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦਾ ਰਿਹਾ, ਸਿੱਖਾਂ ਦੇ ਪੁੱਤਾਂ ਦੇ ਜਿਹੜੇ ਆ ਝੂਠੇ ਪੁਲਿਸ ਮੁਕਾਬਲੇ ਉਹਨਾਂ ਦੀਆਂ ਸਰਕਾਰਾਂ 'ਚ ਹੋਏ ਆ। ਅੰਕੜੇ ਬੋਲਦੇ ਆ। 2 ਲੱਖ ਮੁੰਡਾ, ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਲਾਸ਼ਾਂ ਦਾ ਹਿਸਾਬ ਕਿਤਾਬ ਮੰਗਿਆ। ਹੁਣ ਵੀ ਡਿਸਅਪੀਅਰ ਪੰਜਾਬ ਜਿਹੜੀ ਸੰਸਥਾ UK ਦੀ ਆ, ਉਹਨਾਂ ਨੇ 8,000 ਲਾਪਤਾ ਜਿਹੜੇ ਕਹਿ ਕੇ ਸੰਸਕਾਰ ਕੀਤੇ ਗਏ, ਉਹਨਾਂ ਦਾ ਕੇਸ ਜਿਹੜਾ ਭਾਰਤੀ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ। ਤਾਂ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦੇ ਵਿੱਚ ਸਿਆਸਤ ਕਰਨੀ, ਬਦਲਣ ਆਇਆ, ਠੀਕ ਹੈ ਤੂੰ ਬਦਲ ਦੇਵੇਂਗਾ, ਪਰ ਉਹ ਤਾਂ ਜਦੋਂ ਮੌਕਾ ਮਿਲੂਗਾ ਉਦੋਂ ਦੱਸੂ। ਪਰ ਜਿਹੜਾ ਤੇਰੇ ਅਧੀਨ ਆ ਕੰਮ,
ਵੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਉਹ ਤਾਂ ਕਰਦੇ, ਉਹ ਕਿਉਂ ਨਹੀਂ ਕੀਤੀ ਜਾ ਰਹੀ? ਅਸੀਂ ਇੱਥੇ ਨੌਜਵਾਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ। ਹਾਂਜੀ ਵੀਰ, ਕੀ ਨਾਮ ਹੈ ਤੁਹਾਡਾ? ਸਤਵੰਤ ਸਿੰਘ ਜੀ। ਸਤਵੰਤ ਸਿੰਘ ਜੀ, ਤੁਸੀਂ ਕਿਵੇਂ ਲੈਂਦੇ ਹੋ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ? ਹਾਲਾਂਕਿ ਬਾਕੀ ਸਿੱਖਾਂ ਦੀ ਵੀ ਰਿਹਾਈ ਸਭ ਦੀ ਹੋਣੀ ਚਾਹੀਦੀ ਹੈ, ਤਾਂ ਕੇਜਰੀਵਾਲ ਦੇ ਅਧੀਨ ਹੈ ਜਿਹੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਕੀਤੀ ਜਾ ਰਹੀ, ਤੁਹਾਡਾ ਕੀ ਕਹਿਣਾ? ਵੇਖੋ ਜੀ, ਇਹ ਨਾ ਜਿਹੜਾ ਕੇਜਰੀਵਾਲ, ਮੈਂ ਵੀ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਤੇ ਮੈਂ ਤੁਹਾਡੀਆਂ ਵੀ ਵੀਡੀਓ ਵੇਖੀਆਂ, ਟਪਾਲੀ ਸਾਹਿਬ ਦੀਆਂ ਵੀ ਵੇਖੀਆਂ। ਮੈਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਵੀ ਜਾਂਦਾ ਸੀ। ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਯਾਰ ਇਹ ਕੇਜਰੀਵਾਲ ਪਹਿਲਾਂ ਤੱਕੜੀ ਤੇ ਪੰਜੇ ਨੂੰ ਵੋਟਾਂ ਪਾਉਂਦੇ ਰਹੇ, ਹੁਣ ਤੀਜੀ ਪਾਰਟੀ ਆਈ ਤੇ ਅਸੀਂ ਇਹਨੂੰ ਹੁਣ ਵੋਟਾਂ ਪਾਉਣੀਆਂ ਤੇ ਹੁਣ ਇਹ ਝੂਠੇ ਇਲਜ਼ਾਮ ਲਾਉਣ ਲੱਗ ਪਏ ਕੇਜਰੀਵਾਲ ਤੇ। ਪਰ ਮੈਂ ਜਸਪਾਲ ਸਿੰਘ ਮੰਝਪੁਰ ਦੀ ਨਾ ਇੰਟਰਵਿਊ ਵੇਖਦਾ ਪਿਆ ਸੀ, ਉਹਨਾਂ ਨੇ ਸਾਰਾ ਕੁਝ ਸਬੂਤਾਂ ਸਮੇਤ ਦੱਸਿਆ ਤੇ ਮੇਰੇ ਮਨ ਤੇ ਬੜੀ ਸੱਟ ਵੱਜੀ। ਮੈਂ ਕਿਹਾ ਵੀ ਬਿਲਕੁਲ ਸਹੀ ਗੱਲ ਹੈ ਵੀ ਮੰਝਪੁਰ ਸਾਹਿਬ ਦੀ, ਵੀ ਇਹਨਾਂ ਨੇ ਸੱਚ ਕਹਿੰਦੇ ਪਏ। ਹੁਣ ਵੇਖੋ ਵੀ ਕੇਜਰੀਵਾਲ ਉੱਥੇ ਦਿੱਲੀ ਕੁਝ ਹੋਰ ਕਹਿੰਦਾ, ਇੱਥੇ ਕੁਝ ਹੋਰ ਕਹਿੰਦਾ। ਇਹ ਅੰਦਰੋਂ ਇਹਨੂੰ ਇਹ ਆ ਵੀ ਜੇ ਇਹਨੂੰ ਆਪਣਾ ਭੁੱਲਰ ਸਾਹਿਬ ਨੂੰ ਜੇ ਰਿਹਾ ਕਰਦੇ ਆ ਤੇ ਫਿਰ ਹਿੰਦੂ ਵੋਟ ਟੁੱਟਦੀ ਆ ਤੇ ਫਿਰ ਸਿੱਖਾਂ ਨੂੰ ਇਨਸਾਫ ਕੌਣ ਦਊਗਾ? ਫਿਰ ਜੇ ਅਸੀਂ ਖਾਲਿਸਤਾਨ ਮੰਗਦੇ ਆ, ਫਿਰ ਇਹ ਆਂਦੇ ਤੁਸੀਂ ਖਾਲਿਸਤਾਨ ਮੰਗਦੇ, ਤੁਸੀਂ ਦੇਸ਼ ਨੂੰ ਤੋੜਦੇ ਜੇ, ਦੋ ਹਿੱਸੇ ਚਾਹੁੰਦੇ ਜੇ ਤੁਸੀਂ, ਤੇ ਅਸੀਂ ਹੁਣ ਖਾਲਿਸਤਾਨ ਨਾ ਮੰਗੀਏ ਤੇ ਅਸੀਂ ਕੀ ਕਰੀਏ? ਤੇ ਜੇ ਬੇਅੰਤ ਮੁੱਖ ਮੰਤਰੀ ਨੂੰ ਨਾ ਮਾਰਦੇ ਭਾਈ ਹਵਾਰਾ ਤੇ ਪਿਓਰਾ, ਤੇ ਇੱਥੇ ਦਾ ਇਹਨੇ ਸਾਡੇ ਦਾ ਇੱਥੇ ਜਾਂਜਾਂ ਨਹੀਂ ਚੜ੍ਹਦੀਆਂ। ਇਹਨਾਂ ਨੇ ਬੇਅੰਤ ਮੁੱਖ ਮੰਤਰੀਆਂ ਦੇ ਬੜੇ ਬੰਦੇ ਮੁੰਡੇ ਸਾਡੇ ਮਾਰੇ ਵੀ ਤੇ ਹੋਰ ਵੀ ਮਾਰਨੇ ਸੀਗੇ, ਤੇ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਸਹੀ ਕੀਤਾ ਜਿਹੜਾ ਇਹਨੂੰ ਬੁੱਚੜ ਨੂੰ ਮਾਰਿਆ। ਬਿਲਕੁਲ ਸਹੀ ਗੱਲ ਕੰਮ ਕੀਤਾ ਵਾ। ਜੇ ਹਵਾਰੇ ਹੁਣੀ ਇਹ ਨਾ ਕੰਮ ਕਰਦੇ, ਕਿਹੜਾ ਸੂਰਮਾ ਉੱਠਣਾ ਸੀਗਾ? ਜੀ ਤਾਂ ਇਹ ਭਾਵਨਾ, ਇਹ ਨੌਜਵਾਨਾਂ ਦੀ ਭਾਵਨਾਵਾਂ ਨੇ। ਜਦੋਂ ਕਾਨੂੰਨ ਜਿਹੜਾ ਹੈਗਾ ਉਹ ਇੱਕੋ ਜਿਹਾ ਨਿਆਂ ਨਾ ਕਰੇ, ਪ੍ਰੋਫੈਸਰ ਭੁੱਲਰ ਤੇ ਤਸ਼ੱਦਦ ਕਰਨ ਵਾਲੇ ਸੁਮੇਧ ਸੈਣੀ ਵਰਗੇ ਸ਼ਰੇਆਮ ਜਿਹੜਾ 2022 ਚੋਣਾਂ ਤੱਕ ਜਿਹੜਾ ਉਹਨੂੰ ਕਲੀਨ ਚਿੱਟ ਮਿਲੀ ਆ ਵੀ ਉਹਨੂੰ ਕੋਈ ਪਰਚਾ ਨਹੀਂ ਦਰਜ ਕਰ ਸਕਦਾ, ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਆ ਬਾਪੂ ਜੀ ਸਾਡੇ ਕੋਲ ਖਲੋਤੇ ਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦੇ ਪੁੱਤ ਨੇ ਮੁਖਤਿਆਰ ਸਿੰਘ ਜੀ, ਇਹਨਾਂ ਤੇ ਵੀ ਤਸ਼ੱਦਦ ਹੋਇਆ, ਇਹਨਾਂ ਤੇ ਵੀ ਸੁਮੇਧ ਸੈਣੀ ਨੇ ਤਸ਼ੱਦਦ ਕੀਤਾ। ਸਪਸ਼ਟ ਤੌਰ ਤੇ ਇਹਨਾਂ ਨੇ ਇਹ ਅੱਜ ਇੱਥੇ ਵੀਡੀਓ ਦੇ ਵਿੱਚ ਸਾਡੇ ਕੋਲ ਗੱਲਬਾਤ ਕਹੀ ਆ ਵੀ ਮੇਰੇ ਤੇ ਤਸ਼ੱਦਦ ਹੋਇਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ ਤੇ ਘੋਟਣਾ ਜਿਹੜਾ ਲੋਹੇ ਦਾ ਫੇਰਿਆ ਗਿਆ, ਐਡਾ ਮੋਟਾ, ਲੱਤਾਂ ਉਹਨਾਂ ਦੀਆਂ ਟੁੱਟਣ ਵਾਲੀਆਂ ਕਰਤੀਆਂ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਬਾਪੂ ਜੀ ਨੇ ਸਾਡੇ ਸਾਹਮਣੇ ਗੱਲ ਕਹੀ ਆ, ਉਹਨਾਂ ਵਾਸਤੇ ਕਾਨੂੰਨ ਹੋਰ ਹੈ, ਸਿੱਖਾਂ ਵਾਸਤੇ ਕਾਨੂੰਨ ਹੋਰ ਕਿਉਂ ਹੈ? ਕਿਉਂ ਸਿੱਖ ਰੌਲਾ ਪਾਉਂਦੇ ਆ? ਇਹ ਸਾਡੇ ਨਿੱਕੇ ਨਿੱਕੇ ਨੌਜਵਾਨ ਖਲੋਤੇ ਆ, ਜੇ ਮੁੱਛ ਫੁੱਟਦੀ ਹੈ। ਜਦੋਂ ਇਹਨਾਂ ਤੇ ਪ੍ਰਭਾਵ ਜਾਊਗਾ ਵੀ ਇਹ ਦੇਸ਼, ਜਦੋਂ ਖਬਰਾਂ 'ਚ ਸੁਣਦੇ ਆ ਵੀ ਇੰਡੀਆ ਡਿਜੀਟਲ ਹੋ ਗਿਆ, ਤਾਂ ਕਿੰਨਾ ਕਿ ਡਿਜੀਟਲ ਹੋ ਗਿਆ? ਕੀ ਨਾਮ ਹੈ ਵੀਰੇ ਤੁਹਾਡਾ? ਸੁੱਖ ਜੀ। ਕਿੰਨੀ ਉਮਰ ਤੁਹਾਡੀ? 18 ਸਾਲ। 18 ਸਾਲ ਉਮਰ ਆ, ਵੋਟ ਤੁਹਾਡੀ ਅਜੇ ਬਣੀ ਨਹੀਂ? ਨਹੀਂ ਜੀ। ਨਹੀਂ ਬਣੀ। ਤਾਂ ਤੁਹਾਨੂੰ ਕੀ ਲੱਗਦਾ ਇਹ ਦੇਸ਼ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਤੇ ਤਸ਼ੱਦਦ ਕੀਤਾ ਉਹ ਨਜ਼ਾਰੇ ਲੈ ਰਹੇ ਆ? ਉਹਨਾਂ ਨੂੰ ਜੈਡ ਸਿਕਿਉਰਟੀਆਂ ਨੇ, ਵਾਈ ਸਿਕਿਉਰਟੀਆਂ ਨੇ, ਕਲੀਨ ਚਿੱਟਾਂ ਮਿਲੀਆਂ, ਤੇ ਜਿਹੜੇ ਸਿੱਖ ਆ ਉਹ ਅਜੇ ਵੀ ਜੇਲ੍ਹਾਂ ਦੇ ਵਿੱਚ 35 ਸਾਲ ਹੋ ਗਏ ਪ੍ਰੋਫੈਸਰ ਭੁੱਲਰ ਸਾਹਿਬ ਨੂੰ। ਇਹ ਦੇਸ਼ ਦੇ ਵਿੱਚ ਐਸਾ ਕਾਨੂੰਨ ਆ, ਤੁਹਾਨੂੰ ਜਾਪਦਾ ਵੀ ਇਹ ਠੀਕ ਹੈ, ਬੜਾ ਡਿਜੀਟਲ ਇੰਡੀਆ ਹੈ? ਨਹੀਂ, ਠੀਕ ਤਾਂ ਨਹੀਂ ਗਾ ਜੀ, ਪਰ ਅੱਜ ਕੱਲ੍ਹ ਜਿਵੇਂ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ, ਛੋਟੇ ਜਿਵੇਂ ਕੋਈ ਵੀ ਨੌਜਵਾਨ ਆ, ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ, ਕਿਉਂਕਿ ਇਹ ਆਪਦੀ ਸ਼ਾਸਤਾ ਜਿਵੇਂ ਵੀ ਕਰਦੇ ਆ, ਉਹ ਆਪਦੇ ਇਹਨਾਂ ਨੇ ਆਪਦੇ ਕੰਮ ਕੀਤੇ ਹੋਏ ਆ, ਵੀ ਕਿਸੇ ਨੂੰ ਵੀ ਇੰਨਾ ਕੋਈ ਪਤਾ ਨਹੀਂ ਲੱਗਣ ਦਿੰਦੇ ਇਹ। ਤਾਂ ਤੁਹਾਨੂੰ ਜਾਪਦਾ ਵੀ ਨੌਜਵਾਨਾਂ ਨੂੰ ਜਾਗਰੂਕ ਹੋਣਾ ਚਾਹੀਦਾ? ਵੇਖੋ, ਜਦੋਂ ਪ੍ਰੋਫੈਸਰ ਭੁੱਲਰ ਸਾਹਿਬ ਜੇਲ੍ਹ 'ਚ ਗਏ, ਉਹ ਤੁਹਾਡੇ ਤੋਂ ਕੁਝ ਸਾਲ ਵੱਡੇ ਸੀਗੇ, 30 ਸਾਲ ਤੋਂ ਵੀ ਛੋਟੀ ਉਹਨਾਂ ਦੀ ਉਦੋਂ ਉਮਰ ਸੀ। ਅੱਜ ਉਹ ਬਜ਼ੁਰਗ ਉਮਰ ਦੇ ਵਿੱਚ ਪੈਰ ਰੱਖ ਚੁੱਕੇ ਆ, ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ, ਤਾਂ ਕਾਨੂੰਨ ਤੇ ਸਭ ਲਈ ਬਰਾਬਰ ਹੋਣਾ ਚਾਹੀਦਾ ਨਾ? ਹਾਂਜੀ, ਬਰਾਬਰ ਤਾਂ ਹੋਣਾ ਚਾਹੀਦਾ ਹੀ। ਹਾਂਜੀ, ਤਾਂ ਕਾਨੂੰਨ ਬਰਾਬਰ ਹੋਣਾ ਚਾਹੀਦਾ। ਇਹਨਾਂ ਤੇ ਕੀ ਅਸਰ ਜਾਊਗਾ? ਇਹਨਾਂ ਦੇ ਸਾਹਮਣੇ ਉਹ ਬਜ਼ੁਰਗ ਪੌੜੀਆਂ ਲੈ ਕੇ ਤੁਰ ਰਿਹਾ, ਮੁਖਤਿਆਰ ਸਿੰਘ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦੇ ਪੁੱਤ ਨੇ, ਬਜ਼ੁਰਗ ਨੇ, ਇਹਨਾਂ ਤੇ ਕੀ ਅਸਰ ਜਾਊਗਾ ਜਦੋਂ ਦੱਸਦੇ ਆ ਵੀ ਸਾਡੇ ਤੇ ਤਸ਼ੱਦਦ ਹੋਇਆ? ਤਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਰਾਹ ਦਾ ਰੋੜਾ ਬਣੇ। ਅਰਵਿੰਦ ਕੇਜਰੀਵਾਲ ਨੂੰ ਸਵਾਲ ਜਿਹੜੇ ਕੀਤੇ ਜਾ ਰਹੇ ਆ, ਇੱਥੇ ਮਾਹੌਲ ਤੁਸੀਂ ਦਿਖਾ ਦਿਓ, ਕੇਸਰੀ ਨਿਸ਼ਾਨ ਸਾਹਿਬ ਲੈ ਕੇ ਉਹ ਨੌਜਵਾਨ ਇਸ ਕਾਫਲੇ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ ਨੇ, ਔਰ ਇੱਥੇ ਜਿਹੜੇ ਬਜ਼ੁਰਗ ਆ ਆਪਦੇ ਨਿੱਕੇ ਨਿੱਕੇ ਪੋਤਿਆਂ ਦੋਤਿਆਂ ਨੂੰ ਲੈ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ, ਤਾਂ ਕਿ ਆਪਣੇ ਬੱਚਿਆਂ ਨੂੰ ਦੱਸਣ ਵੀ ਪੁੱਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਡੇ ਕੌਮੀ ਯੋਧੇ ਦੀ ਰਿਹਾਈ ਵਾਸਤੇ ਜਦੋਂ ਕਾਫਲਾ ਤੁਰਿਆ ਤੂੰ ਇੰਜ ਸ਼ਾਮਲ ਹੋਇਆ। ਜਦੋਂ ਇਹ ਬੱਚੇ ਵੱਡੇ ਹੋਣਗੇ ਆ ਚੀਜ਼ਾਂ ਸਮਝੀਆਂ ਰਹਿਣਗੀਆਂ, ਆ ਵੀਡੀਓਜ਼, ਆ ਫੋਟੋਆਂ, ਇਹ ਮੂਵੀਆਂ ਸਮਝੀਆਂ ਰਹਿਣਗੀਆਂ। ਇਹ ਵੱਡੇ ਹੋ ਕੇ ਵੇਖਣਗੇ ਵੀ ਸਾਡੇ ਕੌਮੀ ਜਰਨੈਲ ਦੀ ਰਿਹਾਈ ਵਾਸਤੇ, ਸਾਡੇ ਕੌਮੀ ਹੀਰੇ ਦੀ ਰਿਹਾਈ ਵਾਸਤੇ ਜਿਹੜਾ ਮਾਰਚ ਨਿਕਲਿਆ ਸੀ, ਮੈਂ ਇੰਜ ਸ਼ਾਮਲ ਹੋਇਆ ਸੀ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਜਰ ਸਿੰਘ ਜੀ। ਮੇਜਰ ਸਿੰਘ ਜੀ, ਤੁਸੀਂ ਨਿੱਕੇ ਬੱਚੇ ਨੂੰ ਵੀ ਨਾਲ ਲੈ ਕੇ ਆਏ ਹੋ, ਤੁਹਾਨੂੰ ਪੋਤਾ ਤੁਹਾਡਾ, ਤੁਹਾਨੂੰ ਜਾਪਦਾ ਵੀ ਜਦੋਂ ਇਹ ਪੋਤੇ ਵੱਡੇ ਹੋਣਗੇ ਇਹ ਵੀ ਵੇਖਣਗੇ ਵੀ ਇਹ ਦੇਸ਼ ਦੇ ਵਿੱਚ ਕੈਸਾ ਕਾਨੂੰਨ ਆ, ਸਾਡੇ ਵੱਡ ਵਡੇਰੇ, ਸਾਡੇ ਸੂਰਮੇ ਸਿੱਖ ਨੌਜਵਾਨ ਆ, ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾ ਨਹੀਂ ਕੀਤਾ ਜਾ ਰਿਹਾ? ਬਿਲਕੁਲ ਤੁਹਾਡੀ ਗੱਲ 101% ਸੱਚ ਹੈ ਜੀ। ਜਮਾਂ ਹੀ ਧੱਕਾ ਗਾ ਸਿੱਖ ਕੌਮ ਨੂੰ, ਬਿਲਕੁਲ ਜਿੰਨਾ ਵੀ ਕਹਿ ਦਈਏ ਉਹਨਾਂ ਧੱਕਾ। ਸਭ ਤੋਂ ਪਹਿਲਾਂ ਅੱਗੇ ਜਦੋਂ ਪਹਿਲਾਂ ਰੋਸ ਮਾਰਚ ਹੋਇਆ, ਕਾਲੀਆਂ ਝੰਡੀਆਂ ਲਗਾਈਆਂ, ਉਦੋਂ ਸ਼ੁਰੂ ਹੀ ਦਿਆਲਪੁਰੇ ਭਾਈ ਕੇ ਤੋਂ ਹੋਈਆਂ ਸੀ, ਤੇ ਉਹਨਾਂ ਝੰਡੀਆਂ ਨੇ ਦੁਨੀਆ ਦੇ ਵਿੱਚ ਜਦੋਂ ਲੱਗ ਗਈਆਂ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਾਨ ਬਚਾਈ ਹੈ।
ਇੱਥੋਂ ਤੱਕ ਆ ਬਿਲਕੁਲ ਸੱਚ ਹੈ, ਇਹਦੇ 'ਚ ਕੋਈ ਝੂਠ ਵਾਲੀ ਗੱਲ ਹੀ ਨਹੀਂ। ਜਦੋਂ ਫਾਂਸੀ ਦੀ ਸਜ਼ਾ ਹੋਈ ਸੀ ਮੈਨੂੰ ਵੀ ਯਾਦ ਹੈ, ਜਿਵੇਂ ਤੁਸੀਂ ਗੱਲ ਕਹੀ ਆ, ਉਦੋਂ ਬਾਪੂ ਜੀ ਉਹ ਕਹਿੰਦੇ ਸੀ ਫਾਂਸੀ ਦੇ ਦੇਣੀ ਆ, ਪਰ ਸਾਡਾ ਵੱਡਾ ਵੀਰ ਤੁਹਾਡਾ ਜਵਾਨ ਪੁੱਤ ਸੀ, ਐ ਫਾਂਸੀ ਕਿਵੇਂ ਦੇਣ ਦੇ? 12 ਅਪ੍ਰੈਲ ਸੀ, 12 ਅਪ੍ਰੈਲ ਦਾ ਦਿਨ ਸੀਗਾ। ਦੂਸਰੇ ਦਿਨ ਇੱਥੇ ਵਿਸਾਖੀ ਦਾ ਮੇਲਾ ਸੀ, ਉਹ ਅਸੀਂ ਕੈਂਸਲ ਕਰਾਇਆ। ਸਾਡੀ ਲੜਾਈ ਹੋਈ ਡੀਸੀ ਨਾਲ, ਏਡੀਸੀ ਨਾਲ ਬੱਸ ਸਟੈਂਡ ਤੇ ਧਰਨਾ ਲਾਇਆ ਸੀ ਉਸ ਦਿਨ। ਮੈਂ ਉਸ ਧਰਨੇ ਦੇ ਵਿੱਚ ਖੁਦ ਸ਼ਾਮਲ ਉਦੋਂ ਸੀਗੇ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਸੀ, ਸਿੱਖਾਂ ਨੇ ਆਪ ਰੱਦ ਕਰਾਈ। ਆਪ ਰੱਦ ਕਰਾਈ ਹੈ। ਜਦੋਂ ਸਭ ਤੋਂ ਪਹਿਲਾਂ ਸਾਡੇ ਪਿੰਡ ਤੋਂ ਉਹ ਮੁਹਿੰਮ ਸ਼ੁਰੂ ਹੋਈ ਸੀ, ਤੇ ਉਦੋਂ ਬਾਅਦ ਦੇ ਵਿੱਚ ਕੀ ਹੋਇਆ, ਸਾਡੇ ਬੱਸ ਸਟੈਂਡ ਤੇ ਧਰਨ ਲੱਗਿਆ। ਡੀਸੀ ਏਡੀਸੀ ਦੇ ਨਾਲ ਲੋਕਾਂ ਦੀ ਬੜੀ ਜਦੋਜਹਿਦ ਹੋਈ। ਅਖੀਰ ਨੂੰ ਵਿਸਾਖੀ ਦਾ ਮੇਲਾ ਬੰਦ ਕਰਵਾਇਆ ਸੀ। ਇੱਥੇ ਸਾਡੇ ਪਿੰਡ ਮੇਲਾ ਲੱਗਦਾ ਸੀ, ਲੱਗਣ ਨਹੀਂ ਦਿੱਤਾ ਸੀ। ਉਦੋਂ ਕਲਾਕਾਰ ਲੱਗਦੇ ਸੀ ਨਾ, ਜਿਹੜੇ ਧਾਰਮਿਕ ਭਾਵਨਾਵਾਂ ਨਾਲ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਜ਼ਰੂਰ ਕੀਤੀ, ਪਰ ਕਲਾਕਾਰ ਲੱਗਣੇ ਉਸੇ ਵੇਲੇ ਬੰਦ ਕਰਵਾਏ। ਤਾਂ ਮੁੰਡੇ ਨੂੰ ਫਾਂਸੀ ਦੇਣ ਨੂੰ ਫਿਰਦੇ, ਸਾਨੂੰ ਕੀ ਕਲਾਕਾਰ ਸੋਹਣੇ ਆ। ਹਾਂਜੀ ਹਾਂਜੀ, ਹੋਰ ਦੱਸੋ ਮਹਾਰਾਜ। ਤਾਂ ਇਹ ਤੁਸੀਂ ਨਿੱਕੇ ਬੱਚੇ ਨੂੰ ਲੈ ਕੇ ਆਏ ਹੋ। ਜਦੋਂ ਮੰਨ ਲਓ ਮੈਂ ਨਿੱਕਾ ਸੀ, ਤੁਸੀਂ ਜਦੋਂ ਨਿੱਕੀ ਉਮਰ ਸੀਗੇ, ਕੁਝ ਚੀਜ਼ਾਂ ਜਿਵੇਂ ਤੁਸੀਂ 47 ਦੀਆਂ ਗੱਲਾਂ ਸੁਣਦੇ ਹੋਗੇ ਆਪਦੇ ਬਜ਼ੁਰਗਾਂ ਤੋਂ, ਵੀ ਐ ਸਾਡੇ ਵੰਡ ਹੋ ਗਈ, ਐ ਉਜਾੜਾ ਹੋ ਗਿਆ, ਸਾਡੀਆਂ ਜ਼ਮੀਨਾਂ ਰਹਿ ਗਈਆਂ, ਸਾਡੇ ਗੁਰੂ ਘਰ ਰਹਿ ਗਏ। ਤਾਂ ਜਦੋਂ ਇਹ ਬੱਚੇ ਵੱਡੇ ਹੋਣਗੇ, ਇਹ ਵੇਖਣਗੇ, ਇਹ ਵੀਡੀਓ ਵੇਖਣਗੇ ਵੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਜਦੋਂ ਹੋਣੀ ਸੀ, ਇਹਨਾਂ ਦੇ ਵੀ ਤੇ ਪਿੰਡ ਦਾ ਆ, ਇਹਨਾਂ ਦਾ ਬਾਬੇ ਥਾਂ ਲੱਗਦਾ ਆ, ਤਾਂ ਭਾਰਤੀ ਸਰਕਾਰ ਨੇ ਉਹਦੀ ਰਿਹਾਈ ਨਹੀਂ ਕੀਤੀ। ਫਿਰ ਸਿੱਖਾਂ ਨੇ ਲਗਾਤਾਰ ਮਾਰਚ ਕੱਢੇ। ਕਿੱਡਾ ਵੱਡਾ ਧੱਕਾ ਆ ਸਿੱਖਾਂ ਨਾਲ। ਸਿੱਖ ਕੌਮ ਨਾਲ ਅੱਜ ਨਹੀਂ ਜੀ, ਜਿਹੜੀ ਦਿੱਲੀ ਦੀ ਸਰਕਾਰ ਆ, ਦਿੱਲੀ ਦੀ ਸਰਕਾਰ ਮੁੱਢ ਤੋਂ ਲੈ ਕੇ ਖਾਸ ਕਰਕੇ ਘੱਟ ਗਿਣਤੀਆਂ ਦੇ ਵਿੱਚੋਂ ਵੀ ਮੇਨ ਸਮਝ ਕੇ ਸਿੱਖ ਕੌਮ ਨਾਲ ਪਹਿਲੇ ਦਿਨ ਤੋਂ ਲੈ ਕੇ ਧੱਕਾ ਅਕਾਲ ਤਖਤ ਦੀ ਤੇ ਦਿੱਲੀ ਦੀ ਸਦਾ ਟੱਕਰ ਰਹੀ ਹੈ, ਸਦਾ ਰਹੂਗੀ। ਦਿੱਲੀ ਤੇ ਜਿੱਤ ਪ੍ਰਾਪਤ ਕਰਕੇ ਵੀ ਸੰਸਾਰ ਦੇ ਲੋਕਾਂ ਨੇ ਛੱਡੀ ਹੈਗੀ, ਕੋਈ ਐਡੀ ਨਹੀਂ ਗੱਲ। 1978 ਤੋਂ ਲੈ ਕੇ ਅੱਜ 1922-21 ਤੱਕ ਮੈਂ ਸਾਰਾ ਸੰਘਰਸ਼ ਆਪਦੇ ਹੱਡਾਂ ਤੇ ਹੰਢਾਇਆ ਜੀ, ਹੰਢਾ ਕੇ ਦੇਖਿਆ ਵੀ ਕੀ ਚੀਜ਼ ਸੀ, ਕੀ ਨਹੀਂ ਸੀਗੀ। ਤੇ ਭਾਈ ਦਰਵਿੰਦਰਪਾਲ ਸਿੰਘ ਭੁੱਲਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਸਾਡੇ ਨੇੜੇ ਦੇ ਵਸਨੀਕ ਸੀਗੇ। ਉਹਨਾਂ ਦੇ ਫਾਦਰ ਐਡੇ ਮਤਲਬ ਵਧੀਆ ਬੰਦੇ ਸੀਗੇ। ਜਦੋਂ ਕਿਤੇ ਪੁਲਿਸ ਨੇ ਲਾਗੇ ਦੀ ਲੰਘਣਾ ਤਾਂ ਉਹ ਬਾਰ ਬੰਦ ਕਰ ਲੈਂਦੇ ਹੁੰਦੇ ਸੀ ਵੀ ਇਹਨਾਂ ਜ਼ਾਲਮਾਂ ਦੇ ਮੱਥੇ ਨਾ ਲੱਗੋ। ਪਰ ਇਸ ਸੰਸਾਰ ਦੀ ਕਹਿ ਲਈਏ ਜਾਂ ਹਿੰਦੁਸਤਾਨ ਦੀ ਪੁਲਿਸ ਨੇ ਕਹਿ ਲਈਏ, ਉਸ ਬੰਦੇ ਨੂੰ ਪੌੜੀਆਂ 'ਚੋਂ ਰੋੜ ਕੇ ਮਾਰਿਆਗਾ। ਐਡੀ ਬੁਰੀ ਹਾਲਤ ਦੇ ਨਾਲ ਇਹੋ ਜਿਹੇ ਤਸ਼ੀਹੇ ਦਿੱਤੇ, ਦੋ ਉਸ ਬੰਦੇ ਦੇ ਮਾਸੜ ਮਾਰੇ। ਇੱਥੋਂ ਦੇ ਉਹਨਾਂ ਦੇ ਰਿਸ਼ਤੇ ਨਾਤੇਦਾਰ, ਉਹਨਾਂ ਦੇ ਦਿਮਾਗ ਅੱਜ ਤੱਕ ਵੀ ਸੱਟ ਨਹੀਂ ਗਏ, ਹਲੇ ਵੀ ਇੰਨੇ ਮਤਲਬ ਉਹਨਾਂ ਦੇ ਸਿਰ ਕੁੱਟੇ ਗਏ ਹੈਗੇ। ਹੋਰ ਕਰੋ ਹੁਕਮ ਜੀ। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਅਸੀਂ ਮੰਗ ਕਰ ਰਹੇ ਹਾਂ, ਪਰ ਰਿਹਾਈ ਦੇ ਪਿੱਛੇ ਬਹੁਤ ਲੰਬਾ ਸਫ਼ਰ ਆ। ਉਹ ਸਫ਼ਰ ਜਦੋਂ ਇਹ ਬਜ਼ੁਰਗ ਦੱਸ ਰਹੇ ਸੀ, ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਗਵਾਹੀ ਭਰਦਾ। ਇਹਨਾਂ ਨੇ ਉਹਨਾਂ ਦੇ ਬਜ਼ੁਰਗ ਪਿਤਾ ਜੀ ਦੇ ਦਰਸ਼ਨ ਕੀਤੇ, ਪ੍ਰੋਫੈਸਰ ਭੁੱਲਰ ਦੇ ਵੀ ਦਰਸ਼ਨ ਕੀਤੇ। ਤਾਂ ਇਹ ਜਿਹੜਾ ਧੱਕਾ ਹੋਇਆ, ਉਹਨਾਂ ਦੀ ਮਾਂ ਪ੍ਰੋਫੈਸਰ ਭੁੱਲਰਪਾਲ ਸਿੰਘ ਦੀ ਬਜ਼ੁਰਗ ਮਾਂ, ਸਾਡੀ ਮਾਂ, ਉਹ ਰੋਂਦੀ ਤੁਰ ਗਈ। ਉਹ ਭਾਰਤੀ ਅਦਾਲਤਾਂ ਤੋਂ, ਭਾਰਤੀ ਹਕੂਮਤਾਂ ਤੋਂ ਮਿੰਨਤਾਂ ਕਰਦੀ ਵੀ ਮੇਰਾ ਪੁੱਤ ਛੱਡ ਦਿਓ, ਮੇਰਾ ਪੁੱਤ ਬੇਕਸੂਰ ਆ, ਉਹਨੇ ਸਜ਼ਾ ਪੂਰੀ ਕਰ ਲਈ, ਮੇਰਾ ਪੁੱਤ ਛੱਡ ਦਿਓ। ਪਰ ਕੋਈ ਅਦਾਲਤ ਨੇ, ਕਿਸੇ ਭਾਰਤੀ ਸਰਕਾਰ ਨੇ ਮਾਤਾ ਦੀ ਗੱਲ ਨਹੀਂ ਸੁਣੀ। ਕਿੱਡਾ ਵੱਡਾ ਧੱਕਾ। ਮਾਂ ਆਪਦੇ ਪੁੱਤ ਨੂੰ ਯਾਦ ਕਰਦੀ ਤੁਰ ਗਈ ਬਾਪੂ ਜੀ। ਇਹ ਕਾਰਨ ਹੈ ਜੀ, ਅਸਲ ਦੇ ਵਿੱਚ ਜਿਹੜੇ ਜ਼ਾਲਮ ਲੋਕ ਹੁੰਦੇ ਆ, ਇਹਨਾਂ ਨੂੰ ਕਿਸੇ ਦੀ ਮਾਂ ਨਾਲ, ਕਿਸੇ ਦੇ ਪੁੱਤ ਨਾਲ, ਕਿਸੇ ਦੇ ਪਿਓ ਨਾਲ ਬਿਲਕੁਲ ਕੋਈ ਇਹਨਾਂ ਦੀ ਨੇੜਤਾ ਨਹੀਂ ਹੁੰਦੀ। ਇਹਨਾਂ ਨੂੰ ਇੱਕ ਆਪਣੇ ਮੋਢਿਆਂ ਤੇ ਫੀਤੀਆਂ ਲਵਾਉਣ ਦੇ ਵਾਸਤੇ ਅੱਜ ਕੋਈ ਬਹੁਤੀ ਵੱਡੀ ਗੱਲ ਨਹੀਂ। ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡ ਦੇਣ, ਕੋਈ ਬਹੁਤੀ ਵੱਡੀ ਗੱਲ ਨਹੀਂ। ਇੱਕੋ ਹੀ ਕਾਰਨ ਆ, ਜੇ ਅੱਜ ਛੱਡਦੇ ਆ ਤਾਂ ਮਤਲਬ ਹੋ ਸਕਦਾ ਹਿੰਦੁਸਤਾਨ 'ਚ ਨਹੀਂ, ਪੰਜਾਬ ਸਰਕਾਰ, ਪੰਜਾਬ ਦੇ ਵਿੱਚ ਉਸ ਬੰਦੇ ਦੀ ਸਰਕਾਰ ਕਾਇਮ ਹੁੰਦੀ ਹੈਗੀ। ਅੱਜ ਇਹਨਾਂ ਨੂੰ ਐਡਾ ਡਰ ਪਿਆ ਹੋਇਆ, ਪਿਆਰ ਕਰਦੀ ਹੈ, ਸੂਰਮੇ ਕਰਦੀ ਹੈ। ਅੱਜ ਅੰਦਰ ਬੈਠੇ ਨੂੰ ਉਹਨਾਂ ਲੋਕਾਂ ਨੂੰ ਤਖਤਾਂ ਦੀਆਂ ਜਥੇਦਾਰੀਆਂ ਦਿੱਤੀਆਂ ਲੋਕਾਂ ਨੇ, ਜਿਹੜੇ ਇਹਨਾਂ ਦੇ ਨੇੜੇ ਤੇੜ ਦੇ ਰਹਿਣ ਵਾਲੇ ਨੇਗੇ। ਤੇ ਇਹੀ ਕਾਰਨ ਕਰਕੇ ਇਹਨਾਂ ਨੂੰ ਛੱਡ ਨਹੀਂ ਰਹੇ ਵੀ ਜੇ ਅੱਜ ਵੀ ਬਾਹਰ ਆਉਂਦੇ ਆ ਤਾਂ ਆਉਣ ਸਾਰੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਸਰਕਾਰ ਉਸੇ ਵੇਲੇ ਪੈਦਾ ਹੁੰਦੀ ਹੈਗੀ। ਆਹੀ ਡਰ ਆ ਹਕੂਮਤਾਂ ਨੂੰ, ਹੋਰ ਕੋਈ ਡਰ ਹੀ ਨਹੀਂਗਾ ਇਹਨਾਂ ਨੂੰ। ਨਹੀਂ ਤਾਂ ਛੱਡਣ ਦੂਰ ਦੀ ਗੱਲ, ਵਿਸ਼ਵ ਭਰ ਦੇ ਵਿੱਚ ਬਜ਼ੁਰਗੋ ਬੈਠੇ ਜਿਹੜੇ ਸਿੱਖ ਆ, ਪ੍ਰੋਫੈਸਰ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਲਾਲ ਸਿੰਘ, ਭਾਈ ਸਾਰੇ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਾਨਾਂ ਕੁਰਬਾਨ ਤੱਕ ਵੀ ਤਿਆਰ ਨੇ। ਦੇਖੋ ਜੀ, ਇਸ ਪੰਜਾਬ ਦੀ ਧਰਤੀ ਤੇ ਥੋੜੀ ਜਿਹੀ ਵਾਟ ਤੇ ਜਾ ਵੜ ਗਏ, ਉੱਥੇ ਜਾ ਕੇ ਸਾਡੇ ਪੰਜਾਬ ਦੇ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਜੇ ਆਪਾਂ ਦੇਖ ਕੇ, ਇੱਕ ਇਹੋ ਜਿਹੀ ਦਿੱਲੀ ਦੀ ਹਕੂਮਤ ਸੀ ਜਿਹੜੀ ਕਹਿੰਦੇ ਸੀ ਕਿਸੇ ਤੋਂ ਝੁਕਦੀ ਨਹੀਂ ਗੀ, ਭਾਵੇਂ ਉੱਥੇ ਸਵਾ ਸਾਲ ਲੱਗ ਗਿਆ। ਅੱਜ ਹਿੰਦੁਸਤਾਨ ਪੰਜਾਬ ਦੇ ਕਿਸਾਨਾਂ ਨੇ ਤੇ ਹੋਰਨਾਂ ਸੂਬਿਆਂ ਨੂੰ ਨਾਲ ਲੈ ਕੇ ਉਸ ਮੋਦੀ ਦੀ ਵੀ ਧੌਣ ਥੱਲੇ ਲਵਾਤੀ, ਉਹ ਵੀ ਝੁਕ ਗਿਆ ਇਹਨਾਂ ਦੇ ਮੂਹਰੇ। ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਜੇ ਅੱਜ ਕੌਮ ਇਕੱਤਰ ਹੋ ਕੇ ਇੱਕ ਵਾਰੀ ਉਸ ਤਰੀਕੇ ਨਾਲ ਪਹਿਰਾ ਦੇ ਦੇ। ਮਤਲਬ ਹੀ ਨਹੀਂਗਾ। ਇੱਥੇ ਸਾਡੇ ਨੇੜੇ ਦਾ ਕਿਸਾਨ ਯੂਨੀਅਨ ਦਾ ਪ੍ਰਧਾਨ ਸੀਗਾ, ਉਹ ਦੂਸਰਾ ਆਪਣਾ ਮਨਜੀਤ ਸਿੰਘ ਧਨੇਰ, ਜੇਲ੍ਹ ਦੇ ਮੂਹਰੇ 3.5 ਮਹੀਨੇ ਬੈਠੇ ਰਹੇ। ਫਾਂਸੀ ਦੀ ਸਜ਼ਾ ਹੋਈ ਸੀ। ਅੱਜ ਉਹ ਬੰਦਾ ਖੁੱਲ੍ਹ ਕੇ ਬੋਲਦਾ ਤੁਰਿਆ ਫਿਰਦਾ ਸਟੇਜਾਂ ਤੇ। ਪਰ ਸਾਡੇ ਸੰਸਾਰ ਦੇ ਵਿੱਚ ਦੋਗਲੀ ਨੀਤੀ ਹੈਗੀ। ਸਰਕਾਰਾਂ ਨੂੰ ਵੀ, ਕੌਮ ਨੂੰ ਵੀ ਇਕੱਠਿਆ ਹੋਣਾ ਚਾਹੀਦਾ। ਪੰਥ ਕੌਮ ਬਿਲਕੁਲ ਇਕੱਠੇ ਹੋਣ। ਹਰ ਇੱਕ ਬੰਦਾ ਉਹਦੇ ਵਾਸਤੇ ਮਤਲਬ ਆਪਣੀ ਜ਼ਬਾਨ 'ਚੋਂ ਇਹੀ ਗੱਲ ਕਹੇ ਵੀ ਅਸੀਂ ਜਿੰਨਾ ਚਿਰ ਇਸ ਬੰਦੇ ਨੂੰ ਤੁਸੀਂ ਛੱਡਦੇ ਨਹੀਂ, ਅਸੀਂ ਇੱਥੋਂ ਹਿੱਲਣਾ ਹੀ ਨਹੀਂ। ਚਾਹੇ ਕਿਤੇ ਵੀ ਆਪਾਂ ਕੁਝ ਵੀ ਕਰ ਸਕਦੇ ਹਾਂ। ਹਿੰਦੁਸਤਾਨ ਦੇ ਲੋਕ ਇਹੋ ਜਿਹੇ ਹੈਗੇ।
ਇਹ ਤਾਂ ਕਾਰਨ ਹੈ ਵੀ ਸਰਕਾਰਾਂ ਨੇ ਵਿੱਚ ਉਸ ਤਰ੍ਹਾਂ ਦੇ ਬੰਦੇ ਛੱਡਤੇ, ਉਹ ਬੰਦੇ ਪਾੜ ਕੇ ਸਾਨੂੰ ਉਰੇ ਪਰੇ ਕਰੀ ਫਿਰਦੇ ਆ, ਵੋਟਾਂ ਦੀ ਰਾਜਨੀਤੀ 'ਚ ਵੜੀ ਫਿਰਦੇ ਆ, ਤੇ ਜਿਹੜੇ ਕੌਮ ਦੇ ਹੀਰੇ ਆ ਉਹਨਾਂ ਨੂੰ ਅੰਦਰ ਡੱਕੀ ਬੈਠੇ। ਆਹੀ ਕਾਰਨ ਆ ਜੀ ਵੱਡਾ। ਤਾਂ ਕੌਮ ਦੇ ਹੀਰੇ ਜਿਹੜੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਹੋਇਆ ਹੈ। ਕੌਮ ਦੇ ਹੀਰੇ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ। ਹੀਰੇ ਸੱਚਮੁੱਚ ਹੀਰੇ ਕੌਣ ਹੁੰਦੇ ਆ? ਅੱਜ ਬੜੇ ਸਿਆਸੀ ਪਾਰਟੀਆਂ ਦੇ ਤੁਹਾਨੂੰ ਮਾਟੋ ਦਿਸ ਪੈਣਗੇ, ਫਲੈਕਸ ਲੱਗੇ ਦਿਸ ਪੈਣਗੇ। ਆ ਜੀ ਮਾਝੇ ਦਾ ਜਰਨੈਲ ਹੈ ਜੀ, ਆ ਮਾਲਵੇ ਦਾ ਜਰਨੈਲ ਹੈ ਜੀ, ਆ ਦੁਆਬੇ ਦਾ ਜਰਨੈਲ ਹੈ ਜੀ, ਆ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਹੈ ਜੀ। ਕੋਈ ਧੜਕਣਾ ਨਹੀਂ ਨੇ ਇਹ ਨਸ਼ੇ ਦੇ ਸੁਦਾਗਰ ਆ। ਸਪਸ਼ਟ ਤੌਰ ਤੇ ਮਾਵਾਂ ਰੋਂਦੀਆਂ ਜਿਨ੍ਹਾਂ ਦੇ ਪੁੱਤ ਚਿੱਟਾ ਲਾਲਾ ਮਰ ਗਏ। ਅਸਲੀ ਹੀਰੇ ਕੌਣ ਆ ਪੰਜਾਬ ਦੇ? ਉਹ ਇਹ ਹੀਰੇ ਆ ਜਿਨ੍ਹਾਂ ਦੀਆਂ ਤਸਵੀਰਾਂ ਨੌਜਵਾਨਾਂ ਨੇ ਅੱਜ ਬੋਰਡਾਂ ਦੇ ਉੱਤੇ ਲਾਈਆਂ ਹੋਈਆਂ ਨੇ ਵੀ ਇਹਨਾਂ ਦੀ ਰਿਹਾਈ ਕੀਤੀ ਜਾਵੇ। ਕਿਉਂ ਦੋਗਲੀ ਨੀਤੀ ਹੈ? ਕਿਉਂ ਦੋਗਲੀ ਨੀਤੀ ਹੈ? ਜਿਹੜੇ ਨਿੱਕੇ ਨਿੱਕੇ ਧੀਆਂ ਪੁੱਤ ਅੱਜ ਬਜ਼ੁਰਗਾਂ ਦੇ ਨਾਲ ਆਏ ਨੇ, ਜਦੋਂ ਵੱਡੇ ਹੋਣਗੇ ਇਹ ਵੇਖਣਗੇ ਵੀ ਆ ਦੇਸ਼ ਦੇ ਵਿੱਚ ਐਸਾ ਕਾਨੂੰਨ ਹੈ, ਦੋਗਲਾ ਕਾਨੂੰਨ। ਸਿੱਖਾਂ ਵਾਸਤੇ ਕੁਛ ਹੋਰ, ਸਿੱਖਾਂ ਦੇ ਵਿਰੋਧੀਆਂ ਵਾਸਤੇ ਕੁਛ ਹੋਰ। ਪ੍ਰੋਫੈਸਰ ਭੁੱਲਰ ਦੇ ਪਿਤਾ ਜੀ ਨੂੰ ਸ਼ਹੀਦ ਕਰਨ ਵਾਲੇ, ਤਸ਼ੱਦਦ ਕਰਨ ਵਾਲੇ, ਉਹਨਾਂ ਦੇ ਮਾਸੜਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸਗੇ ਜਿਹੜੇ ਆ ਸਮੇਤ ਸੈਣੀ ਵਰਗੇ ਅੱਜ ਵੀ ਐਸ਼ ਦੀ ਅਯਾਸ਼ੀ ਜ਼ਿੰਦਗੀ ਜਿਉ ਰਹੇ ਆ। ਪ੍ਰੋਫੈਸਰ ਭੁੱਲਰ ਹੋਣੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਅੱਜ ਕੀੜਿਆਂ ਮਕੌੜਿਆਂ ਦੇ ਬਾਗ ਰੁਲ ਰਹੇ ਆ। ਸਿੱਖਾਂ ਨੂੰ ਇਕੱਠੇ ਹੋਣਾ ਪਊਗਾ। ਜੇ ਇਕੱਠੇ ਹੋ ਗਏ ਤਾਂ ਆਪਣੀ ਜਿਹੜੀ ਆ ਕੋਈ ਵੀ ਮੰਗ ਜਿਹੜੀ ਆ ਉਹ ਪੂਰੀ ਕਰਵਾ ਸਕਦੇ ਆ। ਜੀ 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 ਹਾਂਜੀ। ਤੇ ਤੁਸੀਂ ਵੀ ਪ੍ਰੋਫੈਸਰ ਭੁੱਲਰ ਸਾਹਿਬ ਦੇ ਪਰਿਵਾਰ ਚੋਂ ਹੀ ਹੋ? ਹਾਂਜੀ ਹਾਂਜੀ ਜੀ। ਤਾਂ ਇਹ ਬਹੁਤ ਖਾਸ ਗੱਲ ਹੁੰਦੀ ਆ। ਜਿਹੜੇ ਅਣਜਾਣ ਲੋਕ ਨੇ, ਜਿਹੜੇ ਪਰਿਵਾਰ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ, ਉਹਨਾਂ 'ਚ ਬਹੁਤ ਜ਼ਿਆਦਾ ਨਾ ਜਿੱਦਾਂ ਇੱਕ ਪਰਿਵਾਰ ਦੇ ਨਾਲ ਸਹਿਮਤੀ ਰਿਹਾਈ ਹੋਣੀ ਚਾਹੀਦੀ ਆ। ਅੱਜ ਅਸੀਂ ਇੱਥੇ ਖਲੋਤੇ ਆ ਜਦੋਂ ਫਾਂਸੀ ਦੀ ਸਜ਼ਾ ਹੋਈ ਸੀ। ਭੁੱਲਰ ਸਾਹਿਬ ਨੂੰ ਬਜ਼ੁਰਗਾਂ ਨੇ ਦੱਸਿਆ ਜਦੋਂ ਫਾਂਸੀ ਦੀ ਸਜ਼ਾ ਹੋਈ 2012 ਦੇ ਵਿੱਚ, ਵਿਸਾਖੀ ਦਾ ਮੇਲਾ ਸੀ, ਬੜੀ ਜਹਿਦ ਕਰਕੇ ਔਰ ਵੱਡਾ ਸੰਘਰਸ਼ ਲੜ ਕੇ ਅਸੀਂ ਫਾਂਸੀ ਰੱਦ ਕਰਾਈ ਆ। ਸਰਕਾਰ ਉਦੋਂ ਵੀ ਚੁੱਕੀ, ਉਹ ਫਾਂਸੀ ਵੀ ਰੱਦ ਹੋ ਗਈ, ਸਜ਼ਾ ਵੀ ਪੂਰੀ ਕਰ ਲਈ। ਹੁਣ ਗੱਲ ਰਿਹਾਈ ਤੇ ਅੜੀ ਹੋਈ ਆ। ਤਾਂ ਰਿਹਾਈ ਦੇ ਵਾਸਤੇ ਸਰਕਾਰਾਂ ਕਿਉਂ ਨਹੀਂ ਮੰਨ ਰਹੀਆਂ? ਉਦੋਂ ਸਰਕਾਰਾਂ ਝੁੱਕੀਆਂ ਸੀਗੀਆਂ, ਅੱਜ ਸਰਕਾਰਾਂ ਜਿੱਦੀ ਕਿਉਂ ਹੋਈਆਂ ਪਈਆਂ ਨੇ? ਜੀ ਬਹੁਤ ਉਮੀਦ ਸੀ ਵੀ ਕੇਜਰੀਵਾਲ ਦਸਤਖਤ ਕਰੂਗਾ ਤੇ ਰਿਹਾਈ ਹੋਊਗੀ। ਹੁਣ ਇਹ ਸਰਕਾਰ ਦੇ ਮਨ 'ਚ ਕੀ ਗੱਲ ਆ, ਇਸ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਵੀ ਸਰਕਾਰਾਂ ਫਿਰ ਦੁਸ਼ਮਣੀ ਰੱਖਦੀਆਂ ਸਿੱਖਾਂ ਨਾਲ, ਇਹ ਮਤਲਬ ਕਹਿ ਸਕਦੇ ਹਾਂ, ਹੋਰ ਤਾਂ ਨਹੀਂ। ਹੁਣ ਸਾਰੀ ਸਜ਼ਾ ਪੂਰੀ ਹੋਈ ਹੈ ਵੀ 30 ਸਾਲ ਬੰਦੇ ਨੂੰ ਜੇਲ੍ਹ 'ਚ ਹੋ ਗਏ ਤੇ ਫਿਰ ਵੀ ਰਿਹਾਈ ਨਹੀਂ ਹੁੰਦੀ, ਤਾਂ ਫਿਰ ਹੁਣ ਕੀ ਸੋਚੀਏ ਇਹਦੇ ਬਾਰੇ? ਲੇਕਿਨ ਜਿਵੇਂ ਪੰਜਾਬ ਦੇ ਅਸੀਂ ਘਰ ਘਰ ਹੀ ਜਾਂਦੇ, ਅਸੀਂ ਆ ਮਹਿਕਮੇ ਲੈ ਕੇ ਤੁਰੇ ਫਿਰਦੇ ਰਹਿੰਦੇ ਆ, ਤਾਂ ਕੌਮ ਦੇ ਬੰਦੇ ਜਿਹੜੇ ਆ ਜਿਨ੍ਹਾਂ ਤੇ ਤਸ਼ੱਦਦ ਹੋਇਆ ਉਹ ਕਹਿੰਦੇ ਵੀ ਅਕਾਲੀ ਸਰਕਾਰ ਸਾਡੇ ਨਾਲ ਧੱਕਾ ਹੋਇਆ, ਸਾਡੇ ਤੇ ਤਸ਼ੱਦਦ ਹੋਇਆ, ਝੂਠੇ ਪੁਲਿਸ ਮੁਕਾਬਲੇ, ਬੇਅੰਤੇ ਦੀ ਸਰਕਾਰ ਸਮੇਂ ਸਾਨੂੰ ਪਤਾ ਹੀ ਪੰਜਾਬ ਦਾ 2 ਲੱਖ ਮੁੰਡਾ ਸ਼ਹੀਦ ਕੀਤਾ। ਤਾਂ ਕੇਜਰੀਵਾਲ ਇਹ ਦਾਅਵਾ ਕਰਦਾ ਸੀ ਮੈਂ ਇਹਨਾਂ ਵਰਗਾ ਨਹੀਂਗਾ, ਮੈਂ ਬਦਲਣਾ ਆ। ਲੋਕਾਂ ਨੇ ਲੱਗਿਆ ਯਾਰ ਵਾਕਿਆ ਹੀ ਬੰਦਾ ਬਦਲੂਗਾ, ਇਹ ਇਹਨਾਂ ਵਰਗਾ ਨਹੀਂਗਾ, ਇਹ ਸਪਸ਼ਟ ਆ, ਇਹ ਭ੍ਰਿਸ਼ਟਾਚਾਰ ਨਾ ਹੋਊਗਾ। ਪਰ ਉਹ ਵੀ ਰਿਹਾਈ ਨਹੀਂ ਕਰ ਰਿਹਾ। ਤਾਂ ਫਰਕ ਕੀ ਰਹਿ ਗਿਆ ਨਾ ਸਾਰਿਆਂ 'ਚ? ਕੋਈ ਫਰਕ ਨਹੀਂ ਜੀ, ਇਹ ਸਾਰੇ ਇੱਕੋ ਹੀ ਚੱਲਦੇ ਆ। ਸਿੱਖਾਂ ਦਾ ਹਮੇਤੀ ਕੋਈ ਨਹੀਂ ਇਹਨਾਂ 'ਚ। ਹਾਂ, ਆਪਾਂ ਫਰਕ ਸਮਝ ਨਹੀਂ ਸਕਦੇ। ਹਾਂ ਬਿਲਕੁਲ। ਨਾਲੇ ਸਾਡੇ ਵਾਰੀ ਜਿਹਦਾ ਰਿਹਾਈ 'ਚ ਉਹ ਵੀ ਨਾ ਬੋਲੇ, ਇਹ ਵੀ ਨਾ ਬੋਲਿਆ, ਤੇ ਫਿਰ ਅਸੀਂ ਕੀ ਫਰਕ ਕਹਿ ਸਕਦੇ? ਨਹੀਂ ਕੋਈ ਫਰਕ ਨਹੀਂ, ਸੋਚ ਇੱਕ ਆ। ਹਾਂ ਆਪਣੇ ਖਿਲਾਫ ਇੱਕ ਹੀ ਸੋਚ ਆ ਸਾਰਿਆਂ ਦੀ ਵੀ ਕੋਈ ਰਿਹਾਈ ਨਹੀਂ। ਹਾਂ ਵੀ ਬਸ ਆਪਣੇ ਬਾਰੇ ਤਾਂ ਕੌਮ ਬਾਰੇ ਇਹੀ ਕੁਛ ਆ। ਤਾਂ ਜਿਵੇਂ ਵਿਦੇਸ਼ਾਂ ਦੇ ਵਿੱਚੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਬੜੀ ਹਮਾਇਤ ਮਿਲੀ, ਲੋਕ ਜਹਾਜ਼ ਭਰ ਕੇ ਆਏ, ਤਾਂ ਉਹ ਲੋਕ ਵੀ ਇਸ ਵਾਰ ਜਿਹੜਾ ਇਹਨਾਂ ਦੇ ਹਮਾਇਤ ਨਹੀਂ ਕਰ ਰਹੇ। ਉਹ ਕਹਿੰਦੇ ਪਹਿਲਾਂ ਸਾਡਾ ਮੁੰਡਾ ਛੱਡੋ, ਸਾਡਾ ਵੀਰ ਛੱਡੋ, ਸਜ਼ਾ ਪੂਰੀ ਕਰ ਲਈ। ਦੁਨੀਆ ਦਾ ਕਾਨੂੰਨ, ਵਿਸ਼ਵ ਦੇ ਉੱਤੇ ਕੋਈ ਵੀ ਦੁਨੀਆ ਦਾ ਕਾਨੂੰਨ ਇਹ ਗੱਲ ਨਹੀਂ ਕਹਿੰਦਾ ਵੀ ਜਿਹੜੇ ਬੰਦੇ ਨੇ ਸਜ਼ਾ ਪੂਰੀ ਕਰ ਲਈ ਆ ਉਹਨੂੰ ਇੱਕ ਰਾਤ ਵੀ ਤੁਸੀਂ ਜੇਲ੍ਹ 'ਚ ਰੱਖ ਸਕੋ। ਪਰ ਇਹਨੂੰ ਤਾਂ ਕਈ ਸਾਲ ਹੋ ਗਏ ਆ। ਇਹ ਕਾਨੂੰਨ ਦੀ ਵੀ ਉਲੰਘਣਾ ਹੈ। ਬਹੁਤ ਆ ਜੀ ਇਹੋ ਜਿਹੇ ਜਿਨ੍ਹਾਂ ਦੀ ਸਾਰੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਬੰਦੀ ਸਿੰਘਾਂ ਦੀਆਂ ਤੇ ਨਹੀਂ ਛੱਡ ਰਹੇ। ਕਾਨੂੰਨ ਦੀ ਉਲੰਘਣਾ ਹੀ ਹੈ। ਜਦੋਂ ਮੰਨਣ ਵਾਲੇ ਇਹ ਨਹੀਂ ਉੱਥੇ ਕਾਨੂੰਨ ਨੂੰ, ਕੋਈ ਕਾਨੂੰਨ ਸਿੱਖਾਂ ਵਾਸਤੇ ਹੋਰ ਆ ਤੇ ਦੂਜਿਆਂ ਵਾਸਤੇ ਹੋਰ ਆ। ਦੋਗਲਾ ਕਾਨੂੰਨ ਹੈ। ਜੀ ਜੀ ਜੀ। ਹਾਂਜੀ। ਤਾਂ ਇਹ ਗੱਲ ਜਿਹੜੀ ਸੀ ਵਾਰ-ਵਾਰ ਕਈ ਵਾਰੀ ਤੁਸੀਂ KTV ਤੇ ਸੁਣੀ ਹੋਊਗੀ ਵੀ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ, ਦੂਜਿਆਂ ਵਾਸਤੇ ਹੋਰ ਹੈ। ਪੀੜਤ ਲੋਕ ਵੀ ਕਹਿੰਦੇ ਆ। ਇਹ ਚੀਜ਼ ਸੋਚਣੀ ਪਊਗੀ। ਬਿਲਕੁਲ ਬਿਲਕੁਲ। ਹਾਂ ਔਰ ਇਹ ਸਬੂਤ ਹੈ, ਇਹ ਸਬੂਤ ਹੈ ਬੜਾ ਵੱਡਾ ਇਸ ਚੀਜ਼ ਬਾਰੇ। ਹਾਂਜੀ ਬਿਲਕੁਲ ਸਬੂਤ ਆ। ਹੁਣ ਅਸੀਂ ਭਾਈ ਮੁਖਤਿਆਰ ਸਿੰਘ ਨਾਲ ਗੱਲ ਕਰਦੇ ਸੀ। ਸਜ਼ਾਵਾਂ ਵਿੱਚ ਰਹਿੰਦੀਆਂ ਉਹਨਾਂ ਨੂੰ ਰਿਹਾ ਕਰ ਦਿੰਦੇ ਆ। ਹਾਂ 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 ਕਈ ਉਦਾਹਰਨਾਂ ਇਹੋ ਜਿਹੀਆਂ। ਹਾਂਜੀ। ਤੇ ਜਿਹੜੇ ਭਾਜਪਾ ਦੇ ਬੰਬ ਧਮਾਕਿਆਂ ਦੇ ਦੋਸ਼ੀ ਜਿਹੜੇ ਆ, ਸਾਧਵੀ ਪ੍ਰਗਿਆ ਵਰਗੇ ਜਿਹੜੇ ਆ, ਉਹ ਰਿਹਾਈ ਹੁੰਦੀ ਰਹੀ। ਉਹ ਰਿਹਾਈ ਹੁੰਦੀ ਹੈ। ਤੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਦੋਂ ਵੱਧ ਸਮਾਂ ਵੀ ਕੱਟ ਲਿਆ ਜੇਲ੍ਹਾਂ ਦੇ ਵਿੱਚ, ਤੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਪ੍ਰੋਫੈਸਰ ਭੁੱਲਰ ਸਾਹਿਬ ਦੇ ਪਿਤਾ ਨੂੰ ਸ਼ਹੀਦ ਕਰਨ ਵਾਲੇ, ਉਹਨਾਂ ਦੇ ਤਸ਼ੱਦਦ ਕਰਨ ਵਾਲੇ ਭਾਈ ਮੁਖਤਿਆਰ ਸਿੰਘ, ਉਹਨਾਂ ਦੇ ਭਾਈ ਜੀ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿਤਾ ਤੇ ਤਸ਼ੱਦਦ ਹੋਇਆ, ਘੋਟੇ ਫੇਰੇ ਲੋਹੇ ਦੇ, ਉਹਨਾਂ ਨੂੰ ਸ਼ਹੀਦ ਕੀਤਾ, ਉਹਨਾਂ ਦੇ ਮਾਸੜ 2 ਸ਼ਹੀਦ ਕੀਤੇ ਸਮੇਤ ਸੈਣੀ। ਉਹ ਅੱਜ ਵੀ ਅਯਾਸ਼ੀ ਵਾਲੀ ਜ਼ਿੰਦਗੀ ਜਿਉ ਰਹੇ ਆ। ਔਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਕਿ ਸਿੱਖਾਂ ਦੇ ਪੁੱਤ ਜੇਲ੍ਹਾਂ 'ਚ। ਹਾਂਜੀ ਉਹਨਾਂ ਨੂੰ ਸਿਕਿਉਰਟੀਆਂ ਮਿਲ ਗਈਆਂ, ਜੈਡ ਸਿਕਿਉਰਟੀਆਂ ਮਿਲ ਗਈਆਂ ਉਹਨਾਂ ਨੂੰ। ਤੇ ਸਜ਼ਾ ਦੀ ਕਿੱਥੋਂ ਆਸ ਰੱਖੋਗੇ ਵੀ ਉਹਨਾਂ ਤੋਂ? ਇਹ ਸਰਕਾਰ ਤੋਂ ਕੋਈ ਇਨਸਾਫ ਦੀ ਆਸ ਤਾਂ ਹੈ ਨਹੀਂ ਗੀ ਵੀ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਇਹ ਤਾਂ ਭੁੱਲ ਗਏ ਆਪਾਂ।
ਬਿਲਕੁਲ ਨਹੀਂ ਇਹ ਜਿਹੜੀ ਗੱਲ ਆ, ਇਹ ਗੱਲ ਕੋਈ ਇਹ ਨਹੀਂ ਵੀ ਹਵਾ 'ਚ ਹੀ ਗੱਲ ਕੀਤੀ ਹੈ ਜਾਂ ਕੋਈ ਆਪ ਹੁਦਰੀ ਜਾਂ ਝੂਠੀ ਗੱਲ ਆ। ਸਪਸ਼ਟ ਤੌਰ ਤੇ ਭਾਈ ਸਾਹਿਬ ਵੀ ਖਲੋਤੇ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸਰਜੀਤ ਸਿੰਘ ਹੈ ਜੀ। ਸੁਰਜੀਤ ਸਿੰਘ ਜੀ, ਤੁਸੀਂ ਭੁੱਲਰ ਸਾਹਿਬ ਦੇ ਕੀ ਲੱਗਦੇ? ਹਾਂ, ਪਰਿਵਾਰ ਚੋਂ ਹੀ ਹੈ ਜੀ, ਮੇਰੇ ਭਰਾ ਹੀ ਲੱਗਦੇ ਸ਼ਰੀਕੇ ਚੋਂ ਹੀ? ਹਾਂ, ਸ਼ਰੀਕੇ ਜੀ। ਜੀ ਤਾਂ ਹੁਣੇ ਸਾਡੇ ਕੋਲ ਉਹਨਾਂ ਦੇ ਤਾਇਆ ਜੀ ਦਾ ਬੇਟਾ ਮੁਖਤਿਆਰ ਸਿੰਘ ਜੀ ਆਏ ਸੀ, ਪੌੜੀਆਂ ਲੈ ਕੇ ਤੁਰਦੇ ਬਜ਼ੁਰਗ ਹੋ ਗਏ ਆ। ਉਹਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮ, ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ, ਉਹ ਤੇ ਕੋਈ ਐਕਸ਼ਨ ਨਹੀਂਗਾ। ਉਹਨੂੰ ਰਿਹਾਈ ਹੈ, ਉਹਨੂੰ ਜੈਡਵਾਈ ਸਿਕਿਉਰਿਟੀ ਹੈ, ਐਸ਼ ਅਯਾਸ਼ੀ ਵਾਲੀ ਜ਼ਿੰਦਗੀ ਹੈ, ਪੂਰੀ ਟੌਰ ਆ। ਪਰ ਇਹ ਪਰਿਵਾਰ ਰੁਲਦੇ ਫਿਰਦੇ ਆ। ਭੁੱਲਰ ਦੀ ਮਾਤਾ, ਬਜ਼ੁਰਗ ਮਾਤਾ ਸਾਡੀ ਕੌਮ ਦੀ, ਉਹ ਤਰਲੇ ਲੈਂਦੀ ਮਰ ਗਈ ਵੀ ਮੇਰਾ ਪੁੱਤ ਛੱਡ ਦਿਓ, ਮੇਰੇ ਪੁੱਤ ਨੂੰ ਮੈਨੂੰ ਮਿਲਾ ਦਿਓ, ਉਹ ਘਰ ਆਵੇ, ਮੈਂ ਉਹਦੀ ਸੇਵਾ ਕਰਾਂ। ਬੁੱਢੀ ਮਾਂ ਆ, ਮੈਂ ਉਹਦੇ ਪੁੱਤ ਨੂੰ ਵੇਖਾਂ, ਸੰਭਾਂ। ਪਰ ਉਹ ਮਾਂ ਉਹਦੇ ਪੁੱਤ ਨੂੰ ਯਾਦ ਕਰਦੀ ਤੁਰ ਗਈ, ਇਹ ਦੁਨੀਆ ਤੋਂ ਮਰ ਗਈ, ਤੁਰ ਗਈ ਵਿਚਾਰੀ। ਪਰ ਉਹਦੇ ਵਾਸਤੇ ਕਾਨੂੰਨ ਹੋਰ, ਔਰ ਸੁਮੇਧ ਸੈਣੀ ਵਾਸਤੇ ਜਿਨ੍ਹਾਂ ਪ੍ਰੋਫੈਸਰ ਭੁੱਲਰ ਤੇ ਤਸ਼ੱਦਦ ਕੀਤਾ, ਪ੍ਰੋਫੈਸਰ ਭੁੱਲਰ ਸਾਹਿਬ ਦੇ ਪਿਤਾ ਤੇ ਤਸ਼ੱਦਦ ਕੀਤਾ, 2 ਮਾਸੜ ਸ਼ਹੀਦ ਕੀਤੇ, ਉਹਨਾਂ ਵਾਸਤੇ ਕਾਨੂੰਨ ਹੋਰ ਆ। ਕੋਈ ਆਪ ਉਧਰੀ ਗੱਲ ਨਹੀਂ, ਤੱਥਾਂ ਦੇ ਨਾਲ ਗੱਲ ਕੀਤੀ ਗਈ ਆ। ਤਾਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਅਸੀਂ ਸਿੱਖਾਂ ਦੇ ਬੜੇ ਹਿਤੈਸ਼ੀ ਹਾਂ, ਅਸੀਂ ਜੀ ਸਿੱਖਾਂ ਦੇ ਬੜੇ ਹਿਤੈਸ਼ੀ ਹਾਂ, ਅਸੀਂ ਪੰਜਾਬ ਦੇ ਵਾਰਸ ਹਾਂ, ਅਸੀਂ ਪੰਜਾਬ ਨੂੰ ਨਵਾਂ ਬਣਾਉਣਾ, ਅਸੀਂ ਨਵਾਂ ਪੰਜਾਬ ਦੇਵਾਂਗੇ। ਭਾਜਪਾ ਵੀ ਕਹਿੰਦੀ ਨਵਾਂ ਪੰਜਾਬ ਦੇਵਾਂਗੇ, ਅਕਾਲੀ ਵੀ ਕਹਿੰਦੇ ਨਵੀਂ ਸੋਚ ਨਵਾਂ ਪੰਜਾਬ, ਕੈਪਟਨ ਵੀ ਕਹਿੰਦਾ, ਚੰਨੀ ਵੀ ਕਹਿੰਦਾ, ਕੇਜਰੀਵਾਲ ਵਾਲਾ ਵੀ, ਲਾਲਾ ਵੀ ਕਹਿੰਦਾ ਦਿੱਲੀ ਵਾਲਾ ਵੀ ਨਵਾਂ ਪੰਜਾਬ ਦੇਵਾਂਗੇ। ਕਿਹੜਾ ਨਵਾਂ ਪੰਜਾਬ ਦਿਓਗੇ ਤੁਸੀਂ? ਕਿਹੜਾ ਨਵਾਂ ਪੰਜਾਬ ਦਿਓਗੇ? ਆਹ ਨਵਾਂ ਪੰਜਾਬ ਦਿਓਗੇ ਵੀ ਕਾਨੂੰਨ ਰਹਿਤ ਜਿਹਨੇ ਬੰਦੇ ਨੇ ਸਜ਼ਾ ਪੂਰੀ ਕਰ ਲਈ ਆ, ਤੁਸੀਂ ਉਹਨੂੰ ਬਾਹਰ ਨਹੀਂ ਛੱਡੋਗੇ, ਤੁਸੀਂ ਉਹਨੂੰ ਤੜਪ ਕੇ ਅੰਦਰ ਮਰਨ ਵਾਸਤੇ ਮਜਬੂਰ ਕਰ ਦਿਓਗੇ। ਆਹ ਨਵਾਂ ਪੰਜਾਬ ਦਿਓਗੇ? ਕਿੱਡੀ ਵੱਡੀ ਮਨੁੱਖੀ ਅਧਿਕਾਰਾਂ ਦੀ ਇਹ ਉਲੰਘਣਾ ਹੈਗੀ ਹੈ, ਇਹ ਕਾਨੂੰਨ ਦੀ ਵੀ ਉਲੰਘਣਾ ਹੈਗੀ ਆ। ਇੱਕ ਸਾਈਨ ਕੇਜਰੀਵਾਲ ਨੂੰ ਕਰਨੇ ਚਾਹੀਦੇ ਨੇ, ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰਨੀ ਚਾਹੀਦੀ ਹੈ। ਜੇ ਨਹੀਂ ਕਰ ਰਿਹਾ ਤਾਂ ਦੋਗਲਾ ਚਿਹਰਾ ਹੈ। ਜਿਸ ਤਰ੍ਹਾਂ ਦੇ ਬਾਕੀ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਹੁੰਦਾ ਰਿਹਾ ਔਰ ਉਹ ਆਪਣੀਆਂ ਅਯਾਸ਼ੀਆਂ ਕਰਦੇ ਰਹੇ, ਉਹ ਨਾਚੇ ਗਾਉਣੇ ਕਰਦੇ ਰਹੇ, ਪੰਜਾਬ ਦੇ ਵਿੱਚ ਚਿੱਟਾ ਕਾਲਾ ਵਿਕਾਉਂਦੇ ਰਹੇ, ਤਾਂ ਅੱਜ ਕੇਜਰੀਵਾਲ ਦੀ ਸਰਕਾਰ ਵੀ ਉਹਨਾਂ ਕਦਮਾਂ ਤੇ ਆ। ਦੇਖਦੇ ਰਹੋ KTV।